ਜਿਹੜਾ ਟੌਪਿਕ ਸੀਗਾ ਫੀਮੇਲ ਰਿਪਰੋਡਕਟਿਵ ਸਾਈਕਲ। ਠੀਕ ਆ, ਇਹਦੇ ਅੰਦਰ ਨਾ 3 ਸਾਈਕਲਾਂ ਦਿੱਤੀਆਂ ਹੋਈਆਂ ਵਾ। ਠੀਕ ਆ, ਫੀਮੇਲ ਦੇ ਅੰਦਰ ਆਪਾਂ ਸਟਰਕਚਰ ਵੀ ਦੇਖ ਲਵਾਂਗੇ ਅਤੇ ਉਹ ਸਾਈਕਲਾਂ ਜਿਹੜੀਆਂ 3 ਦਿੱਤੀਆਂ ਉਹ ਕਿਹੜੀਆਂ ਕਿਹੜੀਆਂ ਦਿੱਤੀਆਂ ਹੋਈਆਂ। ਇੱਕ ਦਿੱਤੀ ਉਹਨਾਂ ਨੇ ਆਸਟਰੀਆ ਸਾਈਕਲ, ਓਵਰੀਅਨ ਸਾਈਕਲ। ਠੀਕ ਆ, ਫਿਰ ਉਹਦੇ ਤੋਂ ਬਾਅਦ ਦਿੱਤੀ ਮੈਂਸਟਰਲ ਸਾਈਕਲ, ਜਿਹਦੇ ਫਿਰ ਅੱਗੇ 4 ਫੇਸ ਆ। ਕਿਹੜੇ 4 ਫੇਸ ਆ। ਹੋਰ ਇਹਨਾਂ 'ਚੋਂ MCQs ਵਗੈਰਾ ਆਉਂਦੇ ਆ ਕਿ ਹੋਰ ਇੱਕ ਆਹ 2017 ਦੇ ਮੇਰੀ ਵਾਰੀ 9 ਦੇ 'ਚੋਂ ਇਹਦੇ ਅੰਦਰੋਂ ਦੇ MCQs ਆਇਆ ਸੀਗਾ। ਆਹ ਡਾਇਗਰਾਮ ਜਿਹੜੀ ਨਾ ਇਹਦੇ ਅੰਦਰ MCQs ਆਇਆ ਸੀਗਾ। ਅਤੇ ਹੁਣ ਆਪ ਦੇਖਦੇ ਹਾਂ ਓਵਰੀ ਸਾਈਕਲ ਕੀ। ਅੱਛਾ, ਹੁਣ ਮੇਲ ਹੁੰਦਾ ਨਾ ਜਿਹੜਾ, ਉਹਦੇ ਅੰਦਰ ਨਾ ਸਪਰਮ ਹਰ ਵਕਤ ਅਵੇਲੇਬਲ ਰਹਿੰਦੇ ਆ, ਲੇਕਿਨ ਫੀਮੇਲ ਦੇ ਅੰਦਰ ਹੈ ਨਾ ਜਿਹੜੇ ਸਪਰਮ ਹੁੰਦੇ ਆ ਨਾ ਉਹ ਇੱਕ ਖਾਸ ਟਾਈਮ 'ਤੇ, ਉਹ ਜਿਹੜਾ ਫੀਮੇਲ ਦੇ ਅੰਦਰ ਜਿਹੜੇ ਐਗ ਹੁੰਦੇ ਨਾ ਇੱਕ ਉਹ ਖਾਸ ਟਾਈਮ 'ਤੇ ਅਵੇਲੇਬਲ ਹੁੰਦੇ ਆ। ਅਤੇ ਇਸ ਕਰਕੇ ਆਪਾਂ ਨੂੰ ਟਾਈਮਿੰਗ ਦਾ ਬਹੁਤ ਪਤਾ ਹੋਣਾ ਚਾਹੀਦਾ ਜਿਹਦੇ, ਕਿਉਂਕਿ ਫਰਟੀਲਾਈਜੇਸ਼ਨ ਉਹਦੀ ਹੋਊਗੀ ਜਦੋਂ ਐਗ ਔਰ ਸਪਰਮ ਮਿਲਣਗੇ। ਠੀਕ ਆ, ਜਿਹੜੇ ਸਪਰਮ ਹੁੰਦੇ ਆ ਉਹ ਤਾਂ ਹਰ ਵਕਤ ਅਵੇਲੇਬਲ ਹੁੰਦੇ ਆ, ਲੇਕਿਨ ਉਹ ਜਿਹੜੇ ਐਗ ਹੁੰਦੇ ਆ ਉਹ ਅਵੇਲੇਬਲ ਨਹੀਂ ਹੁੰਦੇ। ਠੀਕ ਆ, ਅਤੇ ਹੁਣ ਜਿਹੜੇ ਐਗ ਹੁੰਦੇ ਨਾ ਉਹ ਮੈਚੋਰ ਹੁੰਦੇ ਆ, ਉਹ ਹਰ ਆਰਗਨਿਜ਼ਮ ਦੀ ਫੀਮੇਲ ਹੁੰਦੀ ਨਾ ਉਹਦੇ ਅੰਦਰ ਅਲੱਗ ਅਲੱਗ ਟਾਈਮਿੰਗ ਹੁੰਦੀ ਆ। ਹੁਣ ਪਹਿਲੇ ਜਿਹੜਾ ਆਪਾਂ ਪੜ੍ਹਨੀ ਉਹ ਆਸਟਰੀਆ ਸਾਈਕਲ, ਕਿਹੜੀ ਪੜ੍ਹਨੀ ਆਸਟਰੀਆ ਸਾਈਕਲ। ਹੁਣ ਜਦੋਂ ਐਗ ਜਿਹੜਾ ਹੁੰਦਾ ਨਾ ਫੀਮੇਲ ਬੋਡੀ ਦੇ ਅੰਦਰ ਮੈਚੋਰ ਹੋ ਜਾਂਦਾ, ਆਹ ਵੂਮੈਨ ਦੀ ਗੱਲ ਨਹੀਂ ਕਰਨ ਦੇ, ਵੈਸੇ ਦੂਸਰੇ ਜਿਹੜੇ ਫੀਮੇਲ ਹੁੰਦੀਆਂ ਦੂਸਰੇ ਸਪੀਸ਼ੀਜ਼ ਵਗੈਰਾ ਤੋਂ ਉਹਨਾਂ ਦੀ ਗੱਲ, ਜਦੋਂ ਉਹਨਾਂ ਦੇ ਅੰਦਰ ਡਿਊਰਿੰਗ ਬਰੀਡਿੰਗ ਸੀਜ਼ਨ, ਜਿੱਦਾਂ ਹਰ ਜਿਹੜਾ ਪਰਿੰਦਾ ਉਹਦਾ ਇੱਕ ਮੌਸਮ ਹੁੰਦਾ, ਖਾਸ ਮੌਸਮ ਦੇ ਅੰਦਰ ਹੀ ਅੰਡੇ ਦਿੰਦੇ ਆ। ਠੀਕ ਆ, ਉਦੋਂ ਕਿਉਂਕਿ ਉਹਨਾਂ ਦੇ ਅੰਦਰ ਨਾ ਐਗ ਜਿਹੜਾ ਹੁੰਦਾ ਫੀਮੇਲ ਦੇ ਅੰਦਰ ਮੈਚਿਓਰ ਹੁੰਦਾ, ਫੀਮੇਲ ਦੇ ਅੰਦਰ ਐਗ ਬਣਦਾ ਔਰ ਮੇਲ ਦੇ ਅੰਦਰ ਕੀ ਬਣਦਾ, ਸਪਰਮ ਬਣਦਾ, ਉਹ ਮੈਚਿਓਰ ਹੁੰਦਾ ਵਾ। ਠੀਕ ਆ, ਔਰ ਜਦੋਂ ਉਹ ਮੈਚਿਓਰ ਹੁੰਦਾ ਨਾ ਅਤੇ ਉਦੋਂ ਉਹਦੇ ਹਾਰਮੋਨਲ ਚੇਂਜਿਸ ਆਉਂਦੀਆਂ, ਜਿੱਦਾਂ ਲਾਈਨ ਦੇ ਅੰਦਰ ਲਿਖਿਆ ਹਾਰਮੋਨਲ ਚੇਂਜਿਸ ਆਉਂਦੀਆਂ ਵਾ। ਮਤਲਬ ਉਹ ਹਾਰਮੋਨਲ ਚੇਂਜਿਸ ਇੱਕ ਤਰ੍ਹਾਂ ਦੇ ਇੰਡੀਕੇਟ ਬਿਹੇਵੀਅਰ, ਉਹਦੇ ਅੰਦਰ ਹਾਰਮੋਨਲ ਚੇਂਜਿਸ ਔਰ ਬਿਹੇਵੀਅਰਲ ਚੇਂਜਿਸ ਆਉਂਦੀਆਂ ਵਾ। ਠੀਕ ਆ, ਹਾਰਮੋਨ ਸਿਕ੍ਰੀਟ ਹੁੰਦੇ ਜਿਹਦੇ ਵਜ੍ਹਾ ਤੋਂ ਉਹਨਾਂ ਦੇ ਬਿਹੇਵੀਅਰ ਦੇ ਅੰਦਰ ਚੇਂਜਿੰਗ ਆਉਂਦੀ ਆ, ਔਰ ਉਹ ਇੰਡੀਕੇਟ ਕਰਦੇ ਇੱਕ ਖਾਸ ਚੀਜ਼ ਨੂੰ ਕਿ ਐਗ ਮੈਚਿਓਰ ਹੋ ਗਿਆ ਔਰ ਫੀਮੇਲ ਰੈਡੀ ਆ ਸੈਕਸ਼ੂਅਲ ਰਿਸੈਪਟੀਵਿਟੀ ਵਾਸਤੇ। ਠੀਕ ਆ, ਇਹਨੂੰ ਕਹਿੰਦੇ ਆਸਟਰੀਆ ਸਾਈਕਲ। ਫਿਰ ਇੱਥੇ ਇੱਕ ਹੈਡਿੰਗ ਕਰਕੇ ਲਿਖ ਵੀ ਦਿੱਤਾ, ਆਸਟਰੀਆ ਸਾਈਕਲ ਇਨਸ਼ੋਰਸ ਦੈਟ ਦ ਮੈਚਿਓਰ ਐਗ ਇਜ਼ ਅਵੇਲੇਬਲ ਫॉर ਫਰਟੀਲਾਈਜੇਸ਼ਨ। ਹੁਣ ਅੱਗੇ ਜਾਂਦੇ ਆ। ਠੀਕ ਆ, ਅੱਗੇ ਹੁਣ ਆ ਗਿਆ ਐਟ ਦਾ ਓਵਰੀਅਨ ਸਾਈਕਲ। ਠੀਕ ਆ, ਆਹ ਓਵਰੀ ਦੇ ਅੰਦਰ ਹੁੰਦੀ, ਓਵਰੀ ਕੀ ਹੁੰਦਾ, ਆਹ ਫੀਮੇਲ ਦਾ ਸਟਰਕਚਰ, ਜਿੱਦਾਂ ਮੇਲ ਦੇ ਅੰਦਰ ਟੈਸਟਿਸ ਹੁੰਦਾ ਨਾ, ਆਹ ਹੁੰਦਾ ਓਵਰੀ। ਠੀਕ ਆ, ਹੁਣ ਓਵਰੀ ਕਿੱਦਾਂ ਹੁੰਦੀ ਆ, ਠੀਕ ਆ, ਆਹ ਇੱਦਾਂ ਕਰਕੇ ਓਵਰੀ ਹੁੰਦੀ ਆ। ਜਿਹੜੇ ਓਵਰੀ ਨਾ ਆ ਰਿਪਰੋਡਕਟਿਵ ਔਰਗਨ ਆ, ਜਿਹੜੀ ਆਹ ਵਾਲੀ ਨਾ ਆਹ ਓਵਰੀ ਆ, ਆਹ 2 ਓਵਰੀ ਹੁੰਦੀ ਆ। ਫਿਰ ਆਹ ਜਿਹੜੀ ਇਹਦੇ 'ਚੋਂ ਟਿਊਬ ਨਿਕਲ ਰਹੀ ਜਿਹੜੀ ਇੱਥੇ ਤੱਕ ਆ ਰਹੀ ਹੈ ਯੂਟਰਸ ਤੱਕ। ਠੀਕ ਆ, ਇਹਨੂੰ ਕਹਿੰਦੇ ਓਵੀਡਕਟ। ਆ ਮੈਂ ਲਾਲ ਦੇ ਨਾਲ ਕਰ ਦਿੰਦਾ ਵਾ, ਉਹ ਹਰੇ ਨਾਲ ਗੋਲਦਾਰਾ ਉਹ ਕੀ ਆ, ਓਵਰੀ ਆ। ਬਾਕੀ ਆ ਜਿਹੜਾ ਆ ਲਾਲ ਵਾਲਾ ਆਹ ਓਵੀਡਕਟ ਆ। ਠੀਕ ਆ, ਹੁਣ ਜਿਹੜੀ ਫਰਟੀਲਾਈਜੇਸ਼ਨ ਹੁੰਦੀ ਨਾ ਸਪਰਮ ਔਰ ਐਗ ਮਿਲਦੇ ਆ ਉਹ ਓਵੀਡਕਟ ਦੇ ਅੰਦਰ ਮਿਲਦੇ ਆ। ਹੋਰ ਓਵੂਲੇਸ਼ਨ ਜਿਹੜੀ ਹੁੰਦੀ ਨਾ ਉਹ ਵੀ ਕਿੱਥੇ ਹੁੰਦੀ ਆ, ਉਹ ਵੀ ਹੁੰਦੀ ਆ ਓਵੀਡਕਟ ਦੇ ਅੰਦਰ। ਉਹ ਵੀ ਮੈਂ ਤੁਹਾਨੂੰ ਸਮਝਾਉਣਾ ਓਵੂਲੇਸ਼ਨ ਕੀ ਹੁੰਦਾ। ਹੁਣ ਦੇਖ ਓਵਰੀਅਨ ਸਾਈਕਲ ਕੀ ਹੁੰਦਾ, ਜਦੋਂ ਪਬਰਟੀ ਮਤਲਬ ਜਦੋਂ ਬਾਲਿਗ ਹੋ ਜਾਂਦੀ ਆ ਉਹ ਲੜਕੀ। ਠੀਕ ਆ, ਮਤਲਬ 13 ਸਾਲ ਦੀ ਉਮਰ ਦੇ 14 ਸਾਲ, ਮਤਲਬ ਜਦੋਂ ਪੂਰੇ ਦੇ ਫੀਮੇਲ ਜਿਹੜੇ ਕਰੈਕਟਰ ਦੇ ਡਿਵੈਲਪ ਹੋ ਜਾਂਦੇ ਆ, ਉਦੋਂ ਦੇ ਹਰ ਓਵਰੀ ਦੇ ਅੰਦਰ ਹੈ ਨਾ, ਹਰ ਓਵਰੀ ਦੇ ਅੰਦਰ ਤਕਰੀਬਨ ਦੇ ਯੂਨਿਟ 10,000 ਲੱਖ 2 ਲੱਖ ਤੱਕ ਨਾ ਉਹ ਸਾਈਟ ਹੁੰਦੇ ਆ। ਠੀਕ ਆ, ਉਹ 2 ਲੱਖ ਉਹ ਸਾਈਟ ਵਿੱਚ ਨਾ ਉਹਦੀ ਪੂਰੀ ਫਰਟਾਈਲ ਜ਼ਿੰਦਗੀ ਦੇ ਅੰਦਰ ਮਤਲਬ 40 ਸਾਲ ਦੀ ਅੰਦਰ ਉਹ ਨਾ ਮਤਲਬ ਰਿਪਰੋਡਿਊਸ ਕਰ ਸਕਦੀ। ਉਸ ਉਮਰ ਦੇ ਅੰਦਰ ਨਾ ਤਕਰੀਬਨ 450 ਹੀ ਉਹ ਸਾਈਟ ਜਿਹੜੇ ਹੁੰਦੇ ਨਾ ਡਿਵੈਲਪ ਹੁੰਦੇ ਐਗ ਦੇ ਅੰਦਰ, ਉਹ ਐਗ ਦੇ ਅੰਦਰ ਡਿਵੈਲਪ ਹੁੰਦੇ। ਫਿਰ ਉਹਨਾਂ 'ਚ ਵੀ ਕੋਈ ਹੀ ਜਾ ਕੇ ਸਪਰਮ ਦੇ ਨਾਲ ਯੂਨਾਈਟ ਹੋ ਕੇ ਫਰਟੀਲਾਈਜੇਸ਼ਨ ਕਰਵਾ ਕੇ ਮਤਲਬ ਚਾਈਲਡ ਬਰਥ ਕਰਵਾਉਂਦੇ ਆ। ਠੀਕ ਆ, ਕਿੰਨੇ ਹੁੰਦੇ ਹਰ ਓਵਰੀ ਦੇ ਅੰਦਰ 2 ਲੱਖ, ਲੇਕਿਨ ਉਹਨਾਂ 2 ਲੱਖਾਂ 'ਚੋਂ ਤਕਰੀਬਨ 450 ਜਿਹੜੇ ਹੁੰਦੇ ਆ ਉਹੀ ਕੀ ਕਰਦੇ ਆ, ਉਹੀ ਡਿਵੈਲਪ ਹੁੰਦੇ ਆ ਮੈਚੋਰ ਐਗ ਦੇ ਅੰਦਰ। ਉਹ ਸਾਈਟ ਹੁੰਦੇ ਆ ਮਤਲਬ ਇੱਕ ਐਗ ਤੋਂ ਪਹਿਲੇ ਦਾ ਸਟਰਕਚਰ, ਫਿਰ ਉਹਦੀ ਮੈਚੂਰੇਸ਼ਨ ਹੁੰਦੀ ਆ, ਉਹ ਮਾਈਟੋਸਿਸ ਹੁੰਦੀ ਆ,
ਉਹ ਜਾ ਕੇ ਫਿਰ ਮੈਚੋਰ ਐਗ ਬਣਦਾ ਫਿਰ ਆ ਕੇ ਸਪਰਮ ਉਹਦੇ ਨਾਲ ਕੀ ਮਿਲ ਕੇ ਫਰਟੀਲਾਈਜੇਸ਼ਨ ਕਰਾ ਦਿੰਦਾ। ਸਹੀ ਆ। ਹੁਣ ਅੱਗੇ ਉੱਥੇ ਲਿਖਿਆ ਮੈਨੋਪੌਜ਼ ਵਾਲਾ। ਹੁਣ ਮੈਂ ਤੈਨੂੰ ਪਹਿਲੇ ਕਿਹਾ ਕਿ ਜਿਹੜਾ ਮੇਲ ਹੁੰਦਾ ਨਾ ਉਹਦੇ ਅੰਦਰ ਤੇ ਸਪਰਮ ਹਰ ਵਕਤ ਅਵੇਲੇਬਲ ਹੁੰਦਾ, ਫੀਮੇਲ ਦੇ ਅੰਦਰ ਇੱਕ ਖਾਸ ਸਾਈਕਲ ਹੁੰਦਾ। ਅੱਛਾ, ਜਿਹੜੀ ਹਿਊਮਨ ਫੀਮੇਲ ਹੁੰਦੀ ਨਾ ਉਹਦੇ ਅੰਦਰ ਹਰ 28 ਦਿਨਾਂ ਬਾਅਦ ਤੋਂ ਨਾ ਜੇ ਪਬਰਟੀ ਤੋਂ ਬਾਅਦ ਮਤਲਬ ਜਦੋਂ ਬਾਲਗ ਹੋ ਜਾਂਦੇ ਉਹਦੇ ਬਾਅਦ 28 ਦਿਨਾਂ ਬਾਅਦ ਨਾ ਐਗ ਮੈਚੋਰ ਹੁੰਦਾ ਵਾ। 28 ਦਿਨਾਂ ਬਾਅਦ ਉਹਦੇ ਦਰਮਿਆਨ 'ਚ ਉਹ ਐਗ ਅਵੇਲੇਬਲ ਨਹੀਂ ਹੁੰਦਾ, ਮਤਲਬ ਉਹ 28 ਦਿਨਾਂ ਬਾਅਦ ਜਦੋਂ ਮੈਚੋਰ ਹੋਗਾ ਉਦੋਂ ਹੀ ਸਪਰਮ ਜਾ ਕੇ ਉਹਦੇ ਨਾਲ ਯੂਨਾਈਟ, ਅਦਰਵਾਈਜ਼ ਸਪਰਮ ਫਜ਼ੂਲ। ਸਹੀ ਆ। ਅਤੇ ਅਗਰ ਹੁਣ ਲਿਖਿਆ ਜਦੋਂ ਫੀਮੇਲ ਜਿਹੜੇ 50 ਸਾਲ ਦੀ ਹੋ ਜਾਂਦੀ ਨਾ ਉਹ ਪਹੁੰਚ ਜਾਂਦੀ ਮੈਨੋਪੌਜ਼ ਦੇ ਉੱਤੇ। ਮੈਨੋਪੌਜ਼ ਕੀ ਹੁੰਦਾ ਵਾ? ਮੈਨੋਪੌਜ਼ ਹੁੰਦਾ ਜਦੋਂ ਉਹ ਜਿਹੜੀ ਮੈਚੋਰ, ਮੈਂ ਤੁਹਾਨੂੰ ਕਿਹਾ ਕਿ ਉਹ ਜਿਹੜਾ ਐਗ ਹੁੰਦਾ ਉਹ 28 ਦਿਨਾਂ ਬਾਅਦ ਮੈਚੋਰ ਹੁੰਦਾ। ਠੀਕ ਆ। ਉਹ ਜਦੋਂ ਮੈਨੋਪੌਜ਼ ਹੁੰਦਾ ਮਤਲਬ ਉਹ ਹਟ ਜਾਂਦਾ ਉਹ ਮੈਚੋਰ ਹੋਣਾ, ਮਤਲਬ ਉਦੋਂ ਜਿਹੜਾ ਉਹ ਔਰਤ ਫਰਟਾਈਲ ਨਹੀਂ ਰਹਿੰਦੀ। ਠੀਕ ਆ। ਇੱਥੇ ਲਿਖਿਆ 28 ਦਿਨਾਂ ਬਾਅਦ ਤੋਂ ਨਾ ਇੱਕ ਐਗ ਰਿਲੀਜ਼ ਹੁੰਦਾ। ਹੋਰ ਐਗ ਦਾ ਰਿਲੀਜ਼ ਹੋਣਾ ਨਾ ਇਹਨੂੰ ਕਹਿੰਦੇ ਆ ਓਵਰੀ ਸਾਈਕਲ, ਕਿਉਂਕਿ ਓਵਰੀ ਦੇ ਅੰਦਰ ਜਿਹੜਾ ਨਾ ਉਹ ਫੋਲੀਕਲ ਕੀ ਹੁੰਦੇ ਆ, ਉਹ ਫੋਲੀਕਲ ਹੁੰਦੇ ਆ। ਫੋਲੀਕਲ ਆ ਦੇਖ ਆ ਫੋਲੀਕਲ ਹੁੰਦੇ ਆ। ਠੀਕ ਆ। ਆ ਛੋਟੇ ਛੋਟੇ ਸੈੱਲ ਹੁੰਦੇ ਆ। ਠੀਕ ਆ। ਫਿਰ ਮੈਚੋਰ ਹੋ ਕੇ ਆ ਕੀ ਬਣਦੇ? ਐਗ ਬਣਦੇ ਆ। ਜਦੋਂ ਐਗ ਜਾਂਦਾ ਇੱਥੋਂ ਬਾਹਰ ਨਿਕਲਦਾ ਓਵਰੀ ਤੋਂ। ਠੀਕ ਆ। ਇੱਥੇ ਜਦੋਂ ਓਵੀਡਕਟ 'ਤੇ ਆਉਂਦਾ ਇੱਥੋਂ ਫਿਰ ਸਪਰਮ ਆਉਂਦਾ, ਸਪਰਮ ਆ ਕੇ ਯੂਨਾਈਟ ਕਰਕੇ ਫਰਟੀਲਾਈਜੇਸ਼ਨ ਹੋ ਜਾਂਦੀ ਆ। ਠੀਕ ਆ। ਹੁਣ ਲਿਖਿਆ ਬਿਟਵੀਨ ਦਾ ਪਬਰਟੀ ਐਂਡ ਮੈਨੋਪੌਜ਼ ਓਸਟੀਓਸਾਈਟਸ ਇਨ ਦਾ ਓਵਰੀ ਅੰਡਰਗੋ ਓਜੀਨੇਸਿਸ। ਆਹੀ ਪਬਰਟੀ ਔਰ ਮੈਨੋਪੌਜ਼। ਪਬਰਟੀ ਕਿ ਜਦੋਂ ਉਹ ਬਾਲਿਗ ਹੁੰਦੀ ਆ ਮਤਲਬ ਉਹਦੇ ਜਿਹੜੇ ਪੂਰੇ ਫੀਮੇਲ ਦੇ ਸਟਰਕਚਰ ਹੁੰਦੇ ਆ ਉਹ ਡਿਵੈਲਪ ਹੋ ਜਾਂਦੇ ਆ। ਔਰ ਮੈਨੋਪੌਜ਼ ਜਦੋਂ ਉਹ ਫੰਕਸ਼ਨਲੀ ਤੌਰ 'ਤੇ ਖ਼ਤਮ ਹੋ ਜਾਂਦੇ ਆ ਮਤਲਬ ਕੰਮ ਕਰਨਾ ਛੱਡ ਦਿੰਦੇ ਆ। ਜਿੱਦਾਂ ਹੁਣ 28 ਦਿਨਾਂ ਬਾਅਦ ਐਗ ਮੈਚੋਰ ਹੋ ਰਿਹਾ ਉਹ ਫਿਰ ਮੈਨੋਪੌਜ਼ ਤੋਂ ਬਾਅਦ ਨਹੀਂ ਹੋਊਗਾ। ਠੀਕ ਆ। ਉਹਦੀ ਮੈਂਸਟਰਲ ਸਾਈਕਲ ਓਵਰੀਅਨ ਸਾਈਕਲ ਉਹ ਖ਼ਤਮ ਹੋ ਜਾਏਗੀ। ਉਹਦੇ ਦਰਮਿਆਨ ਦੇ ਅੰਦਰ ਠੀਕ ਆ ਉਹ ਕੀ ਹੁੰਦਾ, ਜਿਹੜੇ ਐਗ ਹੁੰਦੇ ਆ ਓਵਰੀ, ਆ ਜਿਹੜਾ ਸਫੈਦ ਨਜ਼ਰ ਓਵਰੀ ਆ ਇਹਦੇ ਅੰਦਰੋਂ ਜਿਹੜੇ ਹੁੰਦੇ ਆ ਫੋਲੀਕਲ ਉਹ ਮੈਚਿਓਰ ਹੁੰਦੇ ਆ। ਠੀਕ ਆ। ਉਹ ਮੈਚਿਓਰ ਹੁੰਦੇ ਆ, ਉਹਨਾਂ 'ਚੋਂ ਇੱਕ ਹੀ ਬਚਦਾ ਵਾ। ਠੀਕ ਆ। ਮੈਚਿਓਰ ਫੋਲੀਕਲ ਉਹ ਫਿਰ ਜਾ ਕੇ ਕਨਵਰਟ ਹੁੰਦਾ ਐਗ ਦੇ ਅੰਦਰ। ਠੀਕ ਆ। ਐਗ ਦੇ ਅੰਦਰ ਕਨਵਰਟ ਹੁੰਦਾ ਫਿਰ ਉਹ ਫਰਟੀਲਾਈਜ਼ ਹੁੰਦਾ ਵਾ। ਠੀਕ ਆ। ਇਹ ਹੋਰ ਅੱਛਾ ਐਗ ਪਹਿਲੇ ਫੋਲੀਕਲ ਹੁੰਦਾ ਨਾ, ਫੋਲੀਕਲ ਦੇ ਅੰਦਰੋਂ ਦੀ ਐਗ ਰਿਲੀਜ਼ਡ ਹੁੰਦਾ। ਇੱਕ ਫੋਲੀਕਲ ਇੱਕ ਖੋਲ ਜਿਹਾ ਸਟਰਕਚਰ ਹੁੰਦਾ ਵਾ। ਠੀਕ ਆ। ਇਹਦੇ ਅੰਦਰੋਂ ਇਹਦੀ ਓਵੋਲੂਸ਼ਨ ਹੁੰਦੀ ਆ। ਓਵੂਲੇਸ਼ਨ ਮਤਲਬ ਐਗ ਦੇ ਰਿਲੀਜ਼। ਹੁਣ ਆ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਲਿਖਿਆ, ਇੰਟਰਸ ਦਾ ਓਵੀਡਕਟ ਵੇਅਰ ਫਰਟੀਲਾਈਜੇਸ਼ਨ ਟੇਕ ਪਲੇਸ। ਕਿ ਜਿਹੜਾ ਓਵੂਲੇਟਿਡ ਐਗ ਹੁੰਦਾ ਨਾ ਮਤਲਬ ਫੋਲੀਕਲ 'ਚ ਜਿਹੜਾ ਰਿਲੀਜ਼ ਹੁੰਦਾ ਐਗ ਉਹ ਜਾ ਕੇ ਇੰਟਰ ਹੁੰਦਾ ਕਿੱਥੇ? ਓਵੀਡਕਟ ਦੇ, ਜਿੱਥੇ ਫਰਟੀਲਾਈਜੇਸ਼ਨ ਹੁੰਦੀ ਆ। ਪਹਿਲੇ ਆਪਾਂ ਪੜ੍ਹੀ ਓਸਟਰੀਆ ਸਾਈਕਲ, ਫਿਰ ਪੜ੍ਹੀ ਓਵਰੀਅਨ ਸਾਈਕਲ, ਹੁਣ ਆ ਮੈਂਸਟਰਲ ਸਾਈਕਲ। ਠੀਕ ਆ। ਮੈਂਸਟਰਲ ਸਾਈਕਲ ਨੂੰ ਯੂਟਰਾਈਨ ਸਾਈਕਲ ਵੀ ਕਹਿੰਦੇ ਆ, ਹੋਰ ਕੰਬਾਈਨ ਕਹਿੰਦੇ ਆ ਮੈਂਸਟਰਲ। ਠੀਕ ਆ। ਹੁਣ ਉਹ ਜਿਹੜਾ ਓਵਰੀ ਸਾਈਕਲ ਸੀ ਉਹਦੇ ਅੰਦਰ ਕੀ ਹੋ ਰਿਹਾ ਸੀ, ਮੇਨ ਹੁੰਦਾ ਸੀਗਾ ਕਿ ਇੱਥੋਂ ਐਗ ਵਗੈਰਾ ਨਾ ਜਿਹੜੇ ਐਗ ਆ ਫੋਲੀਕਲ ਵਗੈਰਾ ਮੈਚਿਓਰ ਹੋ ਰਹੇ ਸੀਗੇ। ਮੈਚਿਓਰ ਹੋ ਕੇ ਉਹ ਕਾਫੀ ਜ਼ਿਆਦਾ ਐਗ ਹੁੰਦੇ ਨਾ ਮੈਚਿਓਰ ਹੁੰਦੇ, ਉਹਨਾਂ 'ਚ ਇੱਕ ਹੀ ਬਚਦਾ ਵਾ। ਠੀਕ ਆ। ਉਹ ਜਿਹੜਾ ਇੱਕ ਬਚਦਾ ਉਹ ਜਾ ਕੇ ਅੱਗੇ ਉਹਦੇ ਅੰਦਰੋਂ ਦੀ ਕੀ ਰਿਲੀਜ਼ ਹੁੰਦਾ? ਐਗ ਰਿਲੀਜ਼ ਹੁੰਦਾ। ਐਗ ਰਿਲੀਜ਼ ਹੁੰਦਾ ਖੁਦ ਕੀ ਬਣ ਜਾਂਦਾ? ਕਾਰਪਸ ਲਿਊਟਮ। ਉਹ ਜਿਹੜਾ ਐਗ ਰਿਲੀਜ਼ ਹੁੰਦਾ ਉਹ ਵੀ ਡਕਟ ਦੇ ਅੰਦਰ ਪਹੁੰਚਦਾ ਤਾਂ ਉੱਥੇ ਫਰਟੀਲਾਈਜੇਸ਼ਨ ਹੋ ਜਾਂਦੀ ਆ। ਠੀਕ ਆ। ਹੁਣ ਤੇ ਅਗਰ ਫਰਟੀਲਾਈਜੇਸ਼ਨ ਹੋ ਗਈ ਫਿਰ ਉਹ ਚਾਈਲਡ ਬਰਥ ਮਤਲਬ ਬੱਚਾ ਬਣੂਗਾ ਨਾ ਹੁੰਦਾ। ਹੁਣ ਉਹ ਇੰਪਲਾਂਟ ਹੁੰਦਾ ਯੂਟਰਸ ਦੇ ਅੰਦਰ। ਠੀਕ ਆ। ਉਹ ਜਦੋਂ ਫਰਟੀਲਾਈਜੇਸ਼ਨ ਇੱਥੇ ਹੋ ਗਈ, ਜਿੱਦਾਂ ਨੋਰਮਲ ਯੂਟਰਸ ਹੁੰਦਾ ਉਹਦੇ ਅੰਦਰ ਇੰਪਲਾਂਟੇਸ਼ਨ ਨਹੀਂ ਹੁੰਦੀ। ਉਹ ਜਿਹੜਾ ਯੂਟਰਸ ਆ ਪੀਲੇ ਕਲਰ ਦੇ ਨਾਲ ਮੈਨੂੰ ਕਰਦਾ ਆ ਜਿਹੜਾ ਇੱਥੇ ਸਮਝੋ ਹੋਈ ਆਪਣੀ ਫਰਟੀਲਾਈਜੇਸ਼ਨ। ਹੁਣ ਇੱਥੇ ਆ ਕੇ ਬੱਚੇ ਨੇ ਇੰਪਲਾਂਟ ਹੋਣਾ। ਠੀਕ ਆ। ਉਹ ਜਿਹੜਾ ਫਰਟੀਲਾਈਜ਼ਡ ਹੋਗਾ ਨਾ ਐਗ ਅਤੇ ਸਪਰਮ ਉਹਨੇ ਆ ਕੇ ਇੱਥੇ ਇੰਪਲਾਂਟ ਹੋਣਾ ਅਤੇ ਇੱਥੇ ਹੋ ਕੇ ਬਣਨਾ ਚਾਈਲਡ ਨੇ ਬਣਨਾ। ਸਹੀ ਆ। ਹੁਣ ਜਿੱਦਾਂ ਨੋਰਮਲੀ ਵੂਮਨ ਹੁੰਦੀ ਇੱਦਾਂ ਤਾਂ ਉਹ ਨਹੀਂ ਬਣੂਗਾ। ਹੁਣ ਜਦੋਂ ਫਰਟੀਲਾਈਜੇਸ਼ਨ ਹੁੰਦੀ ਨਾ ਫਿਰ ਹਾਰਮੋਨ ਵਗੈਰਾ ਦੀ ਚੇਂਜਿੰਗ ਹੁੰਦੀ ਹੈ ਜਿਹਦੀ ਵਜ੍ਹਾ ਤੋਂ ਨਾ ਜਿਹੜਾ ਸਟਰਕਚਰ ਥੋੜ੍ਹਾ ਚੇਂਜ ਹੋ ਜਾਂਦਾ ਵਾ।
ਉਹ ਚੇਂਜ ਇਸ ਕਰਕੇ ਹੁੰਦਾ ਆ ਕੇ ਇੱਥੇ ਇੰਪਲਾਂਟ ਹੋਵੇ ਜਿਹੜਾ ਐਗ ਅਤੇ ਸਪਰਮ ਸੀਗਾ ਜਿਹੜਾ ਓਵੀਡਕਟ ਦੇ ਅੰਦਰ ਫਰਟੀਲਾਈਜ਼ਡ ਹੋਇਆ, ਠੀਕ ਆ, ਉਹ ਫਿਰ ਉਹਦੀ ਇੰਪਲਾਂਟੇਸ਼ਨ ਹੁੰਦੀ ਆ। ਉਹ ਇਹਨੂੰ ਆਪਾਂ ਯੂਟਰਸ ਨੂੰ ਯੂਟਰਾਈਨ ਵੀ ਕਹਿੰਦੇ ਆ। ਹੋਰ ਇਹਦੀ ਚੇਂਜਿੰਗ ਜਿਹੜੀ ਆਉਂਦੀ ਨਾ ਉਹ ਆਉਂਦੀ ਮੈਂਸਟਰਲ ਸਾਈਕਲ ਦੇ ਅੰਦਰ, ਠੀਕ ਆ। ਮੈਂਸਟਰਲ ਸਾਈਕਲ ਦੇ ਅੰਦਰ ਕੀ ਹੁੰਦਾ, ਜਿਹੜਾ ਯੂਟਰਸ ਇਹਦੇ ਅੰਦਰ ਮਤਲਬ ਨਾ ਚੇਂਜਿੰਗ ਵਗੈਰਾ ਆਉਂਦੀ ਆ ਅਤੇ ਉਹ ਇੰਪਲਾਂਟ ਕਰਦੀ ਹੈ ਚਾਈਲਡ ਨੂੰ, ਸਹੀ ਆ। ਹੁਣ ਆਪਾਂ ਮੈਂਸਟਰਲ ਸਾਈਕਲ, this is correlated with certain uterine changes which occur to prepare for purpose of the ovarian cycle called uterine cycle. This monthly egg maturation uterine preparation is called, ਆ ਦੇਖਾ ਕਹਿੰਦਾ ਮੰਥਲੀ ਇੱਕ ਐਗ 28 ਦਿਨਾਂ ਬਾਅਦ ਹੁੰਦਾ ਨਾ ਮੈਚਿਓਰ, ਔਰ ਅਗਰ ਉਹ ਐਗ ਫਰਟੀਲਾਈਜ਼ਡ ਹੋ ਜਾਂਦਾ ਵਾ ਅਤੇ ਠੀਕ ਆ, ਉਹਦੇ ਨਾਲ ਕੀ ਹੁੰਦਾ ਯੂਟਰਾਈਨ ਫਰਟੀਲਾਈਜ਼ਡ ਵੀ ਹੋ ਜਾਂਦਾ ਵਾ। ਹੋਰ ਉਹਦੇ ਤੋਂ ਇਲਾਵਾ ਐਗ ਦੀ ਮੈਚੂਰੇਸ਼ਨ ਤੋਂ ਇਲਾਵਾ ਹੋਰ ਕੀ ਚੇਂਜਿੰਗ ਹੁੰਦੀ ਹੈ, ਜਦੋਂ ਤੱਕ 28 ਦਿਨਾਂ ਤੱਕ ਨਾ ਐਗ ਮੈਚਿਓਰ ਹੁੰਦਾ ਨਾ ਓਨੇ ਦਿਨਾਂ ਤੱਕ ਕੀ ਹੁੰਦਾ ਵਾ ਯੂਟਰਾਈਨ ਦੇ ਅੰਦਰ ਵੀ ਚੇਂਜਿੰਗ ਆਉਂਦੀ ਆ। ਅਗਰ ਐਗ ਫਰਟੀਲਾਈਜ਼ ਹੋ ਜਾਂਦਾ ਅਤੇ ਯੂਟਰਾਈਨ ਦੀ ਜਿਹੜੀ ਚੇਂਜਿੰਗ ਹੁੰਦੀ ਆ ਉਹ ਨਾ, ਜਿਹੜੀ ਯੂਟਰਾਈਨ ਦੀ ਚੇਂਜਿੰਗ ਹੁੰਦੀ ਇੱਥੇ ਉਹ ਮਤਲਬ ਖ਼ਤਮ ਨਹੀਂ ਹੁੰਦੀ। ਜਦੋਂ ਅਗਰ ਐਗ ਫਰਟੀਲਾਈਜ਼ਡ ਨਹੀਂ ਹੁੰਦਾ, ਮਤਲਬ ਸਪਰਮ ਔਰ ਐਗ ਨਹੀਂ ਮਿਲਦੇ, ਅਤੇ ਫਿਰ ਉਹ ਕੀ ਹੁੰਦਾ, ਜਿਹੜੀ ਯੂਟਰਾਈਨ ਚੇਂਜਿੰਗ ਹੁੰਦੀ ਹੈ ਨਾ ਆਹ ਖ਼ਤਮ ਹੋ ਜਾਂਦੀ ਆ। ਹੋਰ ਆਹ ਸਾਰਾ ਮਤਲਬ ਬਾਹਰ ਆ ਜਾਂਦਾ ਵਾ। ਜਿਹੜਾ ਮੈਂਸਟਰਲ ਸਾਈਕਲ ਆ ਨਾ ਉਹ ਸਟਾਰਟ ਹੁੰਦੀ ਏਜ ਆਫ 13, ਹੋਰ ਸਟੋਪਸ ਐਟ ਮੈਨੋਪੌਜ਼ ਅਰਾਊਂਡ ਦਾ ਏਜ ਆਫ 15। ਮੈਂ ਬਾਰ ਰਿਪੀਟ ਕਰਨ ਦਾ ਕਿਉਂਕਿ ਤੁਹਾਨੂੰ ਫਿਰ ਦੁਬਾਰਾ ਕਿਤਾਬ ਦੀ ਰੀਡਿੰਗ ਕਰਨੀ ਨਾ ਪਵੇ। ਹੁਣ ਲਿਖਿਆ ਜਿਹੜੀ ਮੈਂਸਟਰੇਸ਼ਨ ਹੁੰਦੀ ਨਾ ਫੀਮੇਲ ਦੀ ਹੁੰਦੀ 13 ਈਅਰ ਪਬਰਟੀ ਦੀ ਏਜ, ਜਦੋਂ ਦੇ ਪੂਰੇ ਫੀਮੇਲ ਦੇ ਸਟਰਕਚਰ ਡਿਵੈਲਪ ਹੋ ਜਾਂਦੇ ਉਦੋਂ, ਠੀਕ ਆ। ਉਹ 13 ਈਅਰ ਤੋਂ ਸਟਾਰਟ ਹੁੰਦੀ ਔਰ ਜਿੰਨੀ ਦੇਰ ਤੱਕ ਹੁੰਦੇ ਫੰਕਸ਼ਨਲੀ ਤੌਰ 'ਤੇ ਉਹ ਖ਼ਤਮ ਨਹੀਂ ਹੋ ਜਾਂਦੇ ਨਾ ਇਹਦਾ ਆਹ ਤਾਂ ਇੱਕ ਸਟਰਕਚਰ ਹੈ ਨਾ ਪੂਰਾ ਮੈਚਿਓਰ ਹੁੰਦਾ 13 ਏਜ ਤੱਕ, ਪਬਰਟੀ ਤੱਕ। ਲੇਕਿਨ ਆ ਫੰਕਸ਼ਨਲ ਕਿਦੋਂ ਤੱਕ ਰਹਿੰਦਾ 50 ਤੱਕ, ਉਹਦੇ ਤੋਂ ਬਾਅਦ ਕੋਈ ਐਗ ਮੈਚਿਓਰ ਨਹੀਂ ਹੁੰਦਾ ਜਿੱਦਾਂ, ਠੀਕ ਹੈ। ਇੱਥੇ 28 ਦਿਨਾਂ ਦੇ ਅੰਦਰ ਐਗ ਮੈਚਿਓਰਡ ਹੁੰਦਾ ਔਰ ਯੂਟਰਾਈਨ ਦੀ ਚੇਂਜਿੰਗ ਆਉਂਦੀ ਆ। ਅੱਛਾ, ਓਵਰੀ ਸਾਈਕਲ ਤੋਂ ਜਿਹੜਾ ਐਗ ਮੈਚਿਓਰ ਹੋ ਕੇ ਆਉਣਾ ਹੋਰ ਯੂਟਰਾਈਨ ਚੇਂਜਿਸ, ਇਹਨਾਂ ਦੋਨਾਂ ਨੂੰ ਕਹਿੰਦੇ ਮੈਂਸਟਰਲ ਸਾਈਕਲ। ਹੁਣ ਅੱਗੇ ਕੀ ਆ ਕਿ ਮੈਨੋਪੌਜ਼, ਹਾਂ, ਜਦੋਂ ਹੁਣ ਆ ਫੰਕਸ਼ਨਲ ਜਿੰਨੀ ਦੇਰ ਤੱਕ ਕਰ ਰਿਹਾ ਉਨੀ ਦੇਰ ਤੱਕ ਠੀਕ ਆ, ਲੇਕਿਨ ਜਦੋਂ ਫੰਕਸ਼ਨ ਕਰਨਾ ਹਟ ਜੂਗਾ ਤਾਂ ਉਦੋਂ ਕਹਾਂਗੇ ਮੈਨੋਪੌਜ਼, ਜਦੋਂ ਯੂਟਰਾਈਨ ਦੀ ਚੇਂਜਿੰਗ ਨਹੀਂ ਹੋਊਗੀ ਔਰ ਐਗ ਮੈਚਿਓਰ ਨਹੀਂ ਹੋਊਗਾ, ਠੀਕ ਆ। ਹੋਰ ਫੀਮੇਲ ਦੇ ਕਿੰਨੀ ਏਜ ਤੱਕ ਹੁੰਦਾ, ਤਕਰੀਬਨ 50 ਏਜ ਤੱਕ। ਹੁਣ ਜਿਹੜਾ ਮੈਂਸਟਰਲ ਸਾਈਕਲ ਇਹਦੇ 4 ਫੇਸ ਆ, ਠੀਕ ਆ। ਕੰਪਲੀਟ ਹੁੰਦੀ 28 ਦਿਨਾਂ ਦੇ ਅੰਦਰ। ਪਹਿਲਾ ਫੇਸ ਹੈ ਮੈਂਸਟ੍ਰੇਸ਼ਨ ਫੇਸ, ਜਿਹਨੂੰ ਐਮ ਫੇਸ ਕਹਿੰਦੇ, ਫੋਲੀਕਲ ਫੇਸ, ਓਵੂਲੇਸ਼ਨ ਫੇਸ ਐਂਡ ਕਾਰਪਸ ਲਿਊਟਮ ਫੇਸ। ਹੁਣ ਆਪਾਂ ਇਹਨੂੰ ਇੱਥੇ ਕਰਕੇ ਪੜ੍ਹ ਦਿੰਦੇ ਹਾਂ। ਆਹ ਬਹੁਤ ਹੀ ਛੋਟਾ ਜਿਹਾ ਵਾ, ਅਤੇ ਹੋਰ MCQs ਦਾ ਵੀ ਦੇਖ ਲਾਂ ਕਿੱਦਾਂ ਆਉਂਦੇ ਜਾਂਦੇ ਅੰਦਰੋਂ ਦੀ। ਹੁਣ ਮੈਂਸਟ੍ਰੇਸ਼ਨ ਜਿਹੜਾ ਨਾ ਬਲੀਡਿੰਗ ਹੁੰਦੀ ਆ, ਮੈਂਸਟ੍ਰੇਸ਼ਨ ਇਜ਼ ਦਾ ਔਨਸੈਟ ਆਫ ਬਲੀਡਿੰਗ ਦੈਟ ਇਜ਼ ਡਿਸਚਾਰਜ ਆਫ ਬਲੱਡ ਐਂਡ discarded tissue uterus through vagina. Menstruation take place with the body becomes ਹੁਣ ਆ ਦੇਖ, ਆਹ ਇਹਨੂੰ ਮੈਂ ਡਾਇਗਰਾਮ ਬਣਾ ਕੇ ਦੇਣਾ, ਦੇਖ ਆ, ਠੀਕ ਆ। ਆ ਮੈਂ ਬਣਾ ਰਿਹਾ ਵਾਂ ਫੀਮੇਲ ਰਿਪਰੋਡਕਟਿਵ ਸਟਰਕਚਰ, ਆਹ ਓਵਰੀ ਆ। ਹੁਣ ਮੈਂ ਤੁਹਾਨੂੰ ਕਿਹਾ ਕਿ ਇੱਥੇ ਆਹ ਓਵਰੀ ਹੈ ਨਾ ਜਿਹਦੀ, ਠੀਕ ਹੈ, ਇੱਥੋਂ ਦੀ ਐਗ ਮੈਚਿਓਰ ਹੋ ਕੇ ਆਊਗਾ। ਆਹ ਓਵੀਡਕਟ ਆ, ਇਹਨੂੰ ਕਲਰ ਚੇਂਜ ਕਰ ਦੇਣਾ। ਆਹ ਜਿਹੜਾ ਹਿੱਸਾ ਓਵੀਡਕਟ ਆ, ਠੀਕ ਆ। ਓਵੀਡਕਟ ਦੇ ਇੱਥੇ ਸਪਰਮ ਆ ਕੇ ਮਿਲ ਗਿਆ ਅਤੇ ਠੀਕ ਆ। ਫਿਰ ਕੀ ਹੋਊਗਾ, ਫਿਰ ਕੀ ਹੋਊਗਾ, ਜਿਹੜੀ ਇੱਥੇ, ਅੱਛਾ, ਆਹ ਯੂਟਰਸ, ਆਹ ਵਾਲਾ ਹਿੱਸਾ ਕੀ ਆ, ਯੂਟਰਸ ਆ। ਉਹ ਫਿਰ ਥੱਲੇ ਕੀ ਆ, ਇੱਥੇ ਉੱਤੇ ਵੀ ਦੇਖ ਲਾ, ਆਹ ਯੂਟਰਸ ਆ, ਆਹ ਓਵਰੀ ਆ, ਆਹ ਓਵੀਡਕਟ ਆ, ਆਹ ਯੂਟਰਸ ਆ। ਫਿਰ ਆ ਜਿਹੜੀ ਓਪਨਿੰਗ ਆ ਜਿਹੜੀ ਵਜਾਈਨਾ ਦੇ ਅੰਦਰ ਆ ਰਹੀ ਹੈ, ਇਹਨੂੰ ਕਹਿੰਦੇ ਸਰਵਿਕਸ, ਠੀਕ ਆ। ਹੁਣ ਆ ਜਿਹੜੀ ਯੂਟਰਸ ਦੇ ਅੰਦਰ ਸਪੇਸ ਆ ਨਾ, ਇਹਦੀ ਜਿਹੜੀ ਲਾਈਨਿੰਗ ਆ, ਮਤਲਬ ਆ ਜਿਹੜਾ ਆ ਤੁਹਾਨੂੰ ਨਜ਼ਰ ਆ ਰਿਹਾ ਵਾ ਯੂਟਰਸ ਦਾ ਖਾਲੀ ਸਪੇਸ ਅੰਦਰ ਆ ਨਾ, ਜਿਹੜੀ ਆ ਲਾਈਨਿੰਗ ਆ, ਇਹਨੂੰ ਕਹਿੰਦੇ ਐਂਡੋਮੈਟਰੀਅਮ। ਜਿੱਦਾਂ ਉਹ ਪੈਰੀਕਾਰਡੀਅਮ ਹਾਰਟ ਦੀ ਵਾਲ ਹੁੰਦੀ ਹੈ, ਇੱਦਾਂ ਇਹਦੀ ਵਾਲ ਹੁੰਦੀ ਹੈ ਐਂਡੋਮੈਟਰੀਅਮ, ਠੀਕ ਆ। ਹੁਣ ਅਗਰ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਨਾ, ਜਿਹੜੀ ਐਂਡੋਮੈਟਰੀਅਮ ਵਾਲ ਹੁੰਦੀ ਨਾ ਸਖਤ ਹੋ ਜਾਂਦੀ ਆ, ਕਿਉਂਕਿ ਇੱਕ ਚਾਈਲਡ ਹੁੰਦਾ, ਬੱਚਾ ਹੁੰਦਾ, ਉਹ ਬਹੁਤ ਮਤਲਬ ਪਾਵਰਫੁਲ ਹੁੰਦਾ ਇੱਕ ਬੋਡੀ ਦੇ ਅੰਦਰ, ਅਤੇ ਉਹਨੂੰ ਸੰਭਾਲਣਾ ਹੁੰਦਾ, ਅਤੇ ਉਹ ਉਸ ਲਿਹਾਜ਼ ਨਾਲ ਹੀ ਬਹੁਤ ਜ਼ਿਆਦਾ ਸਖਤ ਹੋ ਜਾਂਦੀ ਹੈ। ਕੀ ਸਖਤ ਹੋ ਜਾਂਦੀ ਹੈ, ਯੂਟਰਾਈਨ ਐਂਡੋਮੈਟਰੀਅਮ, ਠੀਕ ਆ।
ਹੁਣ ਅਗਰ ਹੁਣ ਆਹ ਜਿਹੜਾ ਮੈਨਸਟ੍ਰੇਸ਼ਨ ਫੇਸ ਹੈ ਨਾ, ਆ ਦੱਸਣ ਦਿਆ ਅਗਰ ਪ੍ਰੈਗਨੈਂਸੀ ਨਹੀਂ ਹੁੰਦੀ, ਮਤਲਬ ਇੱਥੇ ਉਹ ਵੀ ਡਕਟ ਦੇ ਅੰਦਰ ਐਗ ਹੋਰ ਸਪਰਮ ਫਰਟੀਲਾਈਜ਼ ਨਹੀਂ ਹੁੰਦੇ, ਇਹਦਾ ਮਤਲਬ ਕਿ ਫਰਟੀਲਾਈਜੇਸ਼ਨ ਨਹੀਂ ਹੋਗੀ, ਮਤਲਬ ਚਾਈਲਡ ਇੱਥੇ ਇੰਪਲਾਂਟ ਨਹੀਂ ਹੋਗਾ। ਫਿਰ ਕੀ ਹੁੰਦਾ ਵਾ, ਮੈਂ ਤੁਹਾਨੂੰ ਕਿਹਾ ਮੈਂਸਟਰਲ ਸਾਈਕਲ ਦੇ ਅੰਦਰ ਕੀ ਹੁੰਦਾ, ਯੂਟਰਾਈਨ ਚੇਂਜਸ ਹੁੰਦੀ ਹੈ, ਹੋਰ ਓਵਰੀ ਸਾਈਕਲ ਦੇ ਅੰਦਰ ਕੀ ਹੁੰਦੀ ਹੈ, ਓਵੂਲੇਸ਼ਨ ਹੁੰਦੀ ਹੈ, ਮਤਲਬ ਫੋਲੀਕਲਸ ਤੋਂ ਐਗ ਦਾ ਰਿਲੀਜ਼ ਹੋਣਾ। ਹੁਣ ਆਹ ਫੋਲੀਕਲਸ ਆ, ਇੱਥੋਂ ਅੱਗੇ ਫੋਲੀਕਲ ਮੈਚਿਓਰ ਹੋਗਾ ਜਾਂ ਫਿਰ ਟੁੱਟੂਗਾ। ਆ ਦੇਖ ਆ ਫੋਲੀਕਲ ਸੀ ਨਾ, ਫੋਲੀਕਲ ਆ ਜਿਹੜਾ ਆ ਇੱਥੇ ਤੱਕ ਫੋਲੀਕਲ, ਇੱਥੇ ਜਾ ਕੇ ਫੋਲੀਕਲ ਕੀ ਹੋ ਗਿਆ, ਟੁੱਟ ਗਿਆ। ਠੀਕ ਆ, ਟੁੱਟ ਗਿਆ, ਵਿੱਚੋਂ ਦੀ ਕੀ ਨਿਕਲਿਆ, ਐਗ ਨਿਕਲ ਗਿਆ। ਠੀਕ ਆ, ਉਹ ਐਗ ਜਾ ਕੇ ਓਵੀਡਕਟ 'ਤੇ ਜਾ ਕੇ ਸਪਰਮ ਦੇ ਨਾਲ ਮਿਲ ਜਾਊਗਾ। ਬਾਕੀ ਜਿਹੜਾ ਸਟਰਕਚਰ ਬਾਕੀ ਬਣਦਾ ਨਾ ਜਿਹੜਾ ਫੋਲੀਕਲ ਦਾ, ਜਿਹੜਾ ਜਿਹਦੇ ਵਿੱਚੋਂ ਐਗ ਨਿਕਲ ਗਿਆ, ਉਹ ਕਹਿਲਾਊਗਾ ਕਾਰਪਸ ਲਿਊਟੀਅਮ। ਸਮਝ ਆ ਗਈ। ਅੱਛਾ, ਫਿਰ ਪ੍ਰੈਗਨੈਂਸੀ ਨਹੀਂ ਹੋਈ ਤੇ ਇੱਥੇ ਉਹ ਵੀ ਐਗ ਆ ਗਿਆ, ਮੈਚੋਰ ਐਗ ਆ, ਹੋਰ ਪੂਰਾ ਯਕੀਨ ਹੋ ਗਿਆ ਪ੍ਰੈਗਨੈਂਸੀ ਨਹੀਂ ਹੋਗੀ। ਉਹ ਜਿਹੜੀ ਮੈਂਸਟਰਲ ਸਾਈਕਲ ਦੇ ਅੰਦਰ ਇੱਥੇ ਐਂਡੋਮੈਟਰੀਅਮ ਦੀ ਚੇਂਜਿੰਗ ਹੁੰਦੀ ਨਾ, ਮਤਲਬ ਇੱਥੇ ਉਹ ਜਿਹੜੇ ਵਾਲ ਥਿਕ ਹੋ ਜਾਂਦੀ ਆ, ਉਹ ਟੁੱਟਣਾ ਸ਼ੁਰੂ ਹੋ ਜਾਂਦੀ, ਉਹਦੇ ਨਾਲ ਬਲੀਡਿੰਗ ਵੀ ਹੁੰਦੀ ਆ, ਉਹ ਬਲੀਡਿੰਗ ਵਗੈਰਾ ਵੀ ਹੁੰਦੀ, ਕਿਉਂਕਿ ਉਹਦੇ ਅੰਦਰ ਬਲੱਡ ਵੈਸਲ ਵੀ ਬਣ ਜਾਂਦੀ ਆ। ਜਿੱਦਾਂ ਜਿੱਦਾਂ ਵਾਲ ਵੱਡੀ ਹੋਊਗੀ, ਉਹ ਪਹਿਲੇ ਇੱਦਾਂ ਆਹ ਵਾਲ ਸੀਗੀ, ਠੀਕ ਆ, ਫਿਰ ਇਹਦੇ ਉੱਤੇ ਆ ਕੇ ਨਾ ਹੋਰ ਵਾਲ ਮੈਚਿਓਰ ਹੋ ਗਏ, ਉਹਦੇ ਅੰਦਰ ਬਲੱਡ ਵੈਸਲ ਵੀ ਆ ਗਈ। ਉਹ ਫਿਰ ਜਦੋਂ ਟੁੱਟੂਗੀ ਅਤੇ ਉਹ ਬਾਕੀ ਉਹਦੇ ਨਾਲ ਬਲੀਡਿੰਗ ਵਗੈਰਾ ਵੀ ਹੋਗੀ ਥਰੂ ਵਜਾਇਨਾ, ਸਾਰਾ ਵਜਾਇਨਾ ਥਰੂ ਨਿਕਲ ਜਾਊਗਾ। ਠੀਕ ਆ, ਹੋਰ ਪ੍ਰੋਜੈਸਟਰੋਨ ਦੀ ਸਿਕ੍ਰੀਸ਼ਨ ਖਤਮ ਹੋ ਜਾਊਗੀ। ਅੱਗੇ ਮੈਂ ਤੁਹਾਨੂੰ ਦੱਸਾਂਗਾ ਪ੍ਰੋਜੈਸਟਰੋਨ ਕੀ ਕਰਦਾ। ਪ੍ਰੋਜੈਸਟਰੋਨ ਇੱਥੇ ਦੱਸ ਦੇਣਾ ਪ੍ਰੈਗਨੈਂਸੀ ਨੂੰ ਮੇਨਟੇਨ ਕਰਦਾ। ਪ੍ਰੋਜੈਸਟਰੋਨ ਕੀ ਕਰਦਾ, ਦੇਖ ਅਗਰ ਇੱਥੇ ਫਰਟੀਲਾਈਜੇਸ਼ਨ ਹੋ ਜਾਂਦੀ ਆ ਅਤੇ ਪ੍ਰੋਜੈਸਟਰੋਨ ਰਿਲੀਜ਼ ਹੁੰਦਾ ਰਹੂਗਾ। ਪ੍ਰੋਜੈਸਟਰੋਨ ਕੀ ਕਰਦਾ ਵਾ, ਉਹ ਆਪ ਜਿਹੜੇ ਐਂਡੋਮੈਟਰੀਅਮ ਹੈ ਨਾ, ਇਹਨੂੰ ਮੈਚੋਰ ਕਰਦਾ ਰਹਿੰਦਾ, ਉਹਦਾ ਪ੍ਰੈਗਨੈਂਸੀ ਮੇਨਟੇਨ ਕਰਦਾ। ਅਗਰ ਐਂਡੋਮੈਟਰੀਅਮ ਹੀ ਵੀਕ ਹੋ ਜਾਏ ਤਾਂ ਉਹ ਮਤਲਬ ਚਾਈਲਡ ਹੀ ਨੀਚੇ ਆ ਜਾਊਗਾ, ਮਤਲਬ ਡਿੱਗ ਜਾਊਗਾ, ਵੀਕ ਹੋ ਜਾਊਗਾ ਨਾ, ਵੀਕ। ਹੋਰ ਆਹ ਜਿਹੜਾ ਮੈਨਸਟ੍ਰੇਸ਼ਨ ਫੇਸ ਹੈ ਨਾ, ਤਕਰੀਬਨ 5 ਦਿਨ ਦਾ ਹੁੰਦਾ ਵਾ, 1 day to 2-5। ਹੁਣ ਤੁਹਾਨੂੰ ਸਮਝ ਆ ਮੈਨਸਟ੍ਰੇਸ਼ਨ ਫੇਸ ਦੇ ਅੰਦਰ ਕੀ ਹੁੰਦਾ ਕਿ ਫਰਟੀਲਾਈਜੇਸ਼ਨ ਨਹੀਂ ਹੋ ਰਹੀ, ਅਤੇ ਫਿਰ ਕੀ ਹੋਗਾ, ਜਿਹੜੀ ਯੂਟਰਾਈਨ ਦੇ ਅੰਦਰ ਚੇਂਜਿਸ ਹੁੰਦੀ ਹੈ, ਜਿੱਦਾਂ ਐਂਡੋਮੈਟਰੀਅਮ ਯੂਟਰਾਈਨ ਦੀ ਵਾਲ ਥਿਕ ਹੋਣਾ। ਅੱਜ ਜਦੋਂ ਮੈਸਟਰਲ ਸਾਈਕਲ ਦੇ ਅੰਦਰ ਯੂਟਰਾਈਨ ਦੀ ਵਾਲ ਹੈ ਨਾ ਥਿਕ ਹੋ ਜਾਂਦੀ ਆ, ਜਦੋਂ ਨਹੀਂ ਹੁੰਦੀ, ਮੈਚੋਰ ਐਗ ਨਹੀਂ ਹੁੰਦਾ, ਅਤੇ ਉਹ ਫਿਰ ਉਹ ਟੁੱਟ ਜਾਂਦੀ ਹੈ, ਉਹ ਵਜਾਇਨਾ ਥਰੂ ਰਿਲੀਜ਼ ਹੋ ਜਾਂਦੀ, ਜਿਹਦੇ ਨਾਲ ਬਲੀਡਿੰਗ ਵਗੈਰਾ ਵੀ ਹੁੰਦੀ ਆ। 5 ਦਿਨ ਦਾ ਅਰਸਾ ਹੁੰਦਾ ਵਾ। ਠੀਕ ਆ, ਫਿਰ ਇਹਦੇ ਤੋਂ ਬਾਅਦ ਕੀ ਹੁੰਦਾ ਵਾ, ਹੁਣ ਮੈਨਸਟ੍ਰੇਸ਼ਨ ਫੇਸ ਤੋਂ ਬਾਅਦ ਨਾ ਸਭ ਕੁਛ ਸਹੀ ਹੋ ਜਾਂਦਾ। ਉਹ ਜਿਹੜਾ ਐਗ ਹੁੰਦਾ ਉਹ ਮੈਚਿਓਰ ਹੁੰਦਾ ਵਾ, ਲੇਕਿਨ ਫਰਟੀਲਾਈਜੇਸ਼ਨ ਹੁੰਦੀ ਉਹ ਵੀ ਬਾਹਰ ਆ ਜਾਂਦਾ। ਐਂਡੋਮੈਟਰੀਅਮ ਵਾਲ ਵੀ ਜਿਹੜੀ ਥਿਕ ਹੋਈ ਹੁੰਦੀ ਉਹ ਵੀ ਖਤਮ ਹੋ ਜਾਂਦੀ, ਮਤਲਬ ਬਿਲਕੁਲ ਨੋਰਮਲ ਜਿੱਦਾਂ ਹੁੰਦਾ ਨਾ, ਮਤਲਬ ਕੋਈ ਚੇਂਜਿੰਗ ਨਹੀਂ ਹੁੰਦੀ, ਜਿਹੜਾ ਨੋਰਮਲ ਬਾਡੀ ਦਾ ਸਟਰਕਚਰ ਹੁੰਦਾ ਉਹ ਹੋ ਜਾਂਦਾ। ਫਿਰ ਕੀ ਹੁੰਦਾ, ਫਿਰ ਸਟਾਰਟ ਹੁੰਦਾ ਫੋਲੀਕਲ ਫੇਸ। ਉਹ ਕਿੰਨੇ ਦਿਨਾਂ ਦਾ ਸੀਗਾ, 5 ਦਿਨਾਂ ਤੱਕ। ਸਹੀ ਆ। ਹੁਣ ਆਹ ਵਾ 5 ਦਿਨਾਂ ਤੋਂ ਉਹ 1 ਤੋਂ ਲੈ ਕੇ 5 ਦਿਨਾਂ ਤੱਕ। ਹੁਣ ਆਹ 6 ਤੋਂ ਲੈ ਕੇ 12 ਦਿਨਾਂ ਤੱਕ ਆ ਫੋਲੀਕਲ ਫੇਸ ਹੈ। ਤਾਂ ਫੋਲੀਕਲਸ ਦੇ ਤੁਹਾਨੂੰ ਲਫ਼ਜ਼ ਪਤਾ ਲੱਗ ਗਿਆ। ਫੋਲੀਕਲ ਦਾ ਮਤਲਬ ਓਵਰੀ ਦੇ ਅੰਦਰ ਹੈ ਨਾ ਫੋਲੀਕਲਸ ਹੁੰਦੇ ਆ। ਫੋਲੀਕਲਸ ਆਹ ਸਮਝ ਯਾਰ, ਫੋਲੀਕਲ ਸੈੱਲ ਇੱਕ ਸਮਝਣ ਲਈ ਇੱਕ ਖੋਲ ਹੁੰਦਾ ਵਾ, ਉਹਦੇ ਅੰਦਰ ਐਗ ਹੁੰਦਾ ਵਾ। ਠੀਕ ਆ, ਇੱਕ ਜਿੱਦਾਂ ਬਦਾਮ ਦੇਖ ਲਾ, ਬਦਾਮ ਦਾ ਇੱਕ ਗਿਟਕ, ਉਹ ਮਤਲਬ ਉੱਤੇ ਬਾਹਰ ਕੋਟਿੰਗ ਹੁੰਦੀ ਆ, ਅੰਦਰ ਬਦਾਮ ਹੁੰਦਾ ਵਾ। ਠੀਕ ਆ, ਬਾਹਰ ਲੱਕੜ ਦਾ ਹੁੰਦਾ, ਉੱਦਾਂ ਹੀ ਆ ਫੋਲੀਕਲ ਵਾਲਾ ਵਾ। ਸਮਝ ਆ ਗਿਆ। ਜਦੋਂ ਉਹ ਬਦਾਮ ਕੱਢ ਲਈਏ ਅਤੇ ਉਹ ਜਿਹੜਾ ਬਦਾਮ ਨਿਕਲੂਗਾ ਉਹ ਕਹਿਲਾਊਗਾ ਐਗ। ਜਿਹੜਾ ਉੱਤੇ ਜਿਹੜਾ ਛਿਲਕਾ ਜਿਹਾ ਹੁੰਦਾ ਵਾ ਸਖਤ, ਉਹ ਕਹਿਲਾਊਗਾ ਕਾਰਪਸ ਲਿਊਟੀਅਮ। ਠੀਕ ਹੈ, ਹੁਣ ਫੋਲੀਕਲ ਫੇਸ ਇੱਥੇ ਆਪਾਂ ਰੀਡ ਵੀ ਕਰ, ਦਿਸ ਸਟੇਜ ਸਟਿਮੂਲੇਟਸ ਦਾ ਡਿਵੈਲਪਮੈਂਟ ਆਫ ਮੈਨੀ ਫੋਲੀਕਲ, ਓਨਲੀ 1 ਫੋਲੀਕਲ ਹਾਊਰ ਮੈਚਿਓਰ ਟੂ ਆ ਕਹਿੰਦਾ ਇਹਦੇ ਅੰਦਰ ਕਾਫੀ ਜ਼ਿਆਦਾ ਫੋਲੀਕਲ ਹੈ ਨਾ, ਉਹਨਾਂ ਦੀ ਗਰੋਥ ਸਟਾਰਟ ਹੁੰਦੀ ਆ। ਉਹਨਾਂ ਦੀ ਕੀ ਹੁੰਦੀ, ਗਰੋਥ ਸਟਾਰਟ ਹੁੰਦੀ ਆ, ਲੇਕਿਨ ਉਹਨਾਂ ਵਿੱਚੋਂ ਸਿਰਫ ਇੱਕ ਹੀ ਜਿਹੜਾ ਫੋਲੀਕਲ ਹੁੰਦਾ ਉਹ ਮੈਚਿਓਰ ਹੁੰਦਾ ਵਾ, ਮਤਲਬ ਜਿਹੜਾ ਬਚਦਾ ਵਾ, ਜਿਹੜਾ ਜਿੱਤ ਜਾਂਦਾ ਜੰਗ ਉਹਨਾਂ ਸਾਰਿਆਂ ਤੋਂ, ਜਿਹੜਾ ਮਤਲਬ ਐਗ ਬਣਨ ਵਾਸਤੇ ਤਿਆਰ ਹੁੰਦਾ, ਉਹ ਇੱਕ ਹੀ ਹੁੰਦਾ ਵਾ। 5-6 ਜਾਂ ਇੱਕ ਫਰਜ਼ਨ 5-6 ਫੋਲੀਕਲ ਹੁੰਦੇ ਆ, ਉਹਨਾਂ 'ਚੋਂ ਸਿਰਫ ਇੱਕ ਹੀ ਮੈਚਿਓਰ ਹੁੰਦਾ ਵਾ। ਉਹ ਜਿਹੜਾ ਮੈਚਿਓਰ ਹੁੰਦਾ ਨਾ, ਉਹਨੂੰ ਕਹਿੰਦੇ ਆ ਗ੍ਰਾਫੀਅਨ ਫੋਲੀਕਲ। ਹੋਰ ਜਿਹੜਾ ਮੈਚਿਓਰ ਹੁੰਦਾ ਸਿਰਫ ਉਹਨੇ ਹੀ ਐਗ ਪ੍ਰੋਡਿਊਸ ਕਰਨਾ, ਬਾਕੀ ਨਹੀਂ ਕਰਨਗੇ। MCQs ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਦਿਸ ਐਗ ਪ੍ਰੋਡਿਊਸਿੰਗ ਫੋਲੀਕਲ ਸਮਟਾਈਮਸ ਕਾਲ ਗ੍ਰਾਫੀਅਨ ਫੋਲੀਕਲ। ਬਾਕੀ ਜਿਹੜੇ ਫੋਲੀਕਲ ਹੁੰਦੇ ਨਾ, ਮਤਲਬ ਹੁਣ ਆ ਦੇਖ, ਆ ਇੰਨੇ ਜ਼ਿਆਦਾ ਫੋਲੀਕਲ ਸੀ, ਮੈਂ ਦੁਬਾਰਾ ਇਹਨੂੰ ਮਿਟਾ ਕੇ, ਹੁਣ ਦੇਖ ਇੰਨੇ ਜ਼ਿਆਦਾ ਫੋਲੀਕਲ ਸੀਗੇ ਆਹ, ਉਹਨਾਂ 'ਚ ਇੱਕ ਹੀ ਮੈਚਿਓਰ ਹੈ ਨਾ ਜਿਹੜਾ ਐਗ ਪ੍ਰੋਡਿਊਸ ਕਰੂਗਾ। ਠੀਕ ਆ, ਜਿਹੜਾ
ਐਗ ਪ੍ਰੋਡਿਊਸ ਕਰੇਗਾ ਉਹਨੂੰ ਕੀ ਕਹਾਂਗੇ? ਗ੍ਰਾਫੀਅਨ ਫੋਲੀਕਲ। MCQs ਆ ਚੁੱਕਿਆ। ਅੱਛਾ, ਹੁਣ ਆ ਫੋਲੀਕਲ ਖੁਦ ਤੇ ਮੈਚੋਰ ਨਹੀਂ ਹੋਣਗੇ। ਦੇਖ ਜਦੋਂ ਪਬਰਟੀ ਤੇ ਆ ਜਾਂਦੇ ਨਾ ਫੀਮੇਲ, ਉਹਦੇ ਇੱਕ ਗਲੈਂਡ ਹੁੰਦਾ ਪਿਚੇਟਰੀ ਗਲੈਂਡ, ਜਿਹੜਾ ਹਾਈਪੋਥੈਲਮਸ ਦੇ ਉੱਤੇ ਮਤਲਬ ਬ੍ਰੇਨ ਸਾਈਡ 'ਤੇ ਹੁੰਦਾ, ਠੀਕ ਆ। ਉਹ ਇੱਕ ਹਾਰਮੋਨ ਰਿਲੀਜ਼ ਕਰਦਾ, ਤੁਹਾਨੂੰ ਪਤਾ ਹੋਣਾ ਗੋਨੈਡੋਟ੍ਰੋਪਿਨ, ਪਤਾ ਨਹੀਂ ਐਂਟੀਰੀਅਰ ਲੋਬ ਪੋਸਟੀਰੀਅਰ ਲੋਬ ਤੋਂ ਇੱਦਾਂ ਕੋਈ ਗੋਨੈਡੋਟ੍ਰੋਪਿਨ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਰਿਲੀਜ਼ ਕਰਦਾ ਵਾ। ਉਹ ਜਿਹੜਾ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਹੁੰਦਾ, ਫੋਲੀਕਲ ਸਟਿਮੂਲੇਟਿੰਗ ਤੋਂ ਨਾਮ ਤੋਂ ਪਤਾ ਲੱਗ ਗਿਆ, ਫੋਲੀਕਲਸ ਨੂੰ ਕੀ ਕਰਦਾ? ਮੈਚਿਓਰ ਕਰਦਾ ਵਾ। ਫੋਲੀਕਲ ਸਟਿਮੂਲੇਟਿੰਗ ਕੀ ਕਰਦਾ? ਫੋਲੀਕਲਸ ਨੂੰ ਮੈਚਿਓਰ ਕਰਦਾ ਵਾ। ਉਹ ਜਦੋਂ ਹਾਰਮੋਨ ਆਉਂਦਾ ਵਾ ਬਲੱਡ ਦੇ ਥਰੂ ਪਿਚੇਟਰੀ ਗਲੈਂਡ ਤੋਂ, ਕਿੱਥੇ ਆਉਂਦਾ ਵਾ? ਇੱਥੇ ਆਉਂਦਾ ਓਵਰੀ ਕੋਲ। ਆ ਕੇ ਕੀ ਕਰ ਰਹਾ? ਇਹਨਾਂ ਦੀ ਮੈਚੋਰੇਸ਼ਨ ਕਰਨਾ ਸ਼ੁਰੂ ਕਰ ਦਿੰਦਾ। ਇਹਨਾਂ 'ਚ ਇੱਕ ਹੀ ਮੈਚੋਰ ਹੁੰਦਾ ਵਾ, ਠੀਕ ਆ। ਫਿਰ ਉਹੀ ਜਾ ਕੇ ਐਗ ਰਿਲੀਜ਼ ਕਰਦਾ, ਖੁਦ ਕੀ ਬਣ ਜਾਂਦਾ? ਕਾਰਪਸ ਲਿਊਟਮ। ਮੈਂ ਤੈਨੂੰ ਕੀ ਕਿਹਾ? ਇੱਕ ਇੱਦਾਂ ਮੈਚੋਰ ਫੋਲੀਕਲ ਹੈ ਨਾ ਜਿਹਨੇ ਐਗ ਪ੍ਰੋਡਿਊਸ ਕਰਨਾ, ਗ੍ਰਾਫੀਅਨ ਫੋਲੀਕਲ। ਇੱਕ ਸਟੇਜ ਆਊਗਾ, ਇਹਨੇ ਕੀ ਕਰਨਾ ਵਾ? ਇਹਨੇ ਕਰਨਾ ਟੁੱਟ ਜਾਣਾ ਵਾ, ਰਪਚਰਡ ਹੋ ਜਾਣਾ। ਰਪਚਰਡ ਹੋ ਕੇ ਇਹਦੇ 'ਚੋਂ ਐਗ ਨਿਕਲਿਆ ਹੋਊਗਾ ਔਰ ਖੁਦ ਕੀ ਬਣ ਜਾਊਗਾ? ਕਾਰਪਸ ਲਿਊਟਮ। ਹੋਰ ਆਹ ਗੱਲ ਯਾਦ ਰੱਖੀ, 14th ਡੇ ਓਵੂਲੇਸ਼ਨ ਫੋਲੀਕਲ 'ਚੋਂ ਜਦੋਂ ਐਗ ਨਿਕਲਦਾ ਨਾ 14 ਡੇ 'ਚ ਨਿਕਲਦਾ ਵਾ। 14 ਡੇ ਇੱਥੇ ਵੀ ਲਿਖਿਆ, 14 ਡੇ ਦੇ ਅੰਦਰ ਐਗ ਨਿਕਲਦਾ, ਠੀਕ ਆ। ਫਿਰ ਅੱਗੇ ਹੁਣ ਆ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਸਿਰਫ ਆਹ ਨਹੀਂ ਕਰਦਾ ਕਿ ਉਹ ਮੈਚੋਰ ਕਰਾਵੇ ਫੋਲੀਕਲਸ ਨੂੰ, ਉਹਦੇ ਤੋਂ ਇਲਾਵਾ ਆ ਵੀ ਕਰਦਾ ਕਿ ਜਿਹੜਾ ਓਵਰੀ ਹੁੰਦਾ ਨਾ ਉਹਦੇ ਤੋਂ ਇੱਕ ਹੋਰ ਹਾਰਮੋਨ ਰਿਲੀਜ਼ ਕਰਾਉਂਦਾ, ਐਸਟ੍ਰੋਜਨ। ਹੁਣ ਆ ਵੀ ਪੁੱਛ ਸਕਦੇ ਐਸਟ੍ਰੋਜਨ ਕਿੱਥੋਂ ਰਿਲੀਜ਼ ਹੁੰਦਾ? ਡੀਜਨਰੇਟਿੰਗ ਓਵਰੀਨ ਫੋਲੀਕਲਸ। ਹੁਣ ਅਗਰ ਪੁੱਛ ਲੈ ਐਸਟ੍ਰੋਜਨ ਕੌਣ ਰਿਲੀਜ਼ ਕਰਦਾ, ਤੂੰ ਲਿਖੀ ਓਵਰੀ। ਓਵਰੀ ਦੇ ਅੰਦਰ ਵੀ ਉਹ ਜ਼ਿਆਦਾ ਡਿਟੇਲ ਨਾਲ ਪੁੱਛੇ, ਓਵਰੀ ਤੋਂ ਵੀ ਕੌਣ ਕਰਦਾ ਵਾ? ਉਹ ਕਰੂਗਾ ਡੀਜਨਰੇਟਿੰਗ ਫੋਲੀਕਲ। ਦੇਖ ਇੱਥੇ ਮੈਂ ਤੈਨੂੰ ਕਿਹਾ ਕਾਫੀ ਜ਼ਿਆਦਾ ਫੋਲੀਕਲਸ ਹੁੰਦੇ ਆ, ਉਹਨਾਂ ਫੋਲੀਕਲ 'ਚੋਂ ਸਿਰਫ ਇੱਕ ਮੈਚਿਓਰ ਹੁੰਦਾ, ਉਹ ਐਗ ਪ੍ਰੋਡਿਊਸ ਕਰਦਾ, ਠੀਕ ਆ। ਹੁਣ ਜਿਹੜੇ ਮੈਚਿਓਰ ਨਹੀਂ ਨਾ ਹੁੰਦੇ, ਜਿਹੜੇ ਇਮੈਚੋਰ ਆ, ਉਹ ਡੀਜਨਰੇਟ ਹੋ ਜਾਂਦੇ, ਖਤਮ। ਹੋਰ ਉਹ ਨਾਲ ਇੱਕ ਹਾਰਮੋਨ ਰਿਲੀਜ਼ ਕਰਦੇ, ਐਸਟ੍ਰੋਜਨ। ਹੁਣ ਇੱਥੇ ਐਸਟ੍ਰੋਜਨ ਦਾ ਫੰਕਸ਼ਨ ਦੇਖ ਲਈ ਕਿ ਐਸਟ੍ਰੋਜਨ ਦਾ ਫੰਕਸ਼ਨ ਆਹ ਹੁੰਦਾ ਵਾ ਕਿ ਉਹ ਨਾ ਜਿਹੜੀ ਚੀਜ਼ ਉਹਨੂੰ ਰਿਲੀਜ਼ ਕਰਾਉਂਦੀ ਆ। ਦੇਖ ਮੈਂ ਕੀ ਕਿਹਾ, ਫੋਲੀਕਲਸ ਨੂੰ ਕੌਣ ਰਿਲੀਜ਼ ਕਰਦਾ ਵਾ? ਫੋਲੀਕਲਸ ਨੂੰ ਮੈਚਿਓਰ ਕੌਣ ਕਰਦਾ ਵਾ? ਉਹ ਕਰਦਾ ਫੋਲੀਕਲ ਸਟਿਮੂਲੇਟਿੰਗ ਹਾਰਮੋਨ। ਉਹ ਕੌਣ ਰਿਲੀਜ਼ ਕਰਦਾ ਵਾ? ਉਹ ਕਰਦਾ ਪਿਚੇਟਰੀ ਗਲੈਂਡ, ਠੀਕ ਆ। ਅਤੇ ਆਹ ਕੀ ਕਰਦਾ ਐਸਟ੍ਰੋਜਨ? ਉਹ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਹੀ ਐਸਟ੍ਰੋਜਨ ਨੂੰ ਰਿਲੀਜ਼ ਕਰਦਾ, ਲੇਕਿਨ ਐਸਟ੍ਰੋਜਨ ਕੀ ਕਰਦਾ? ਆਹ ਸਿਗਨਲ ਭੇਜਦਾ ਪਿਚੇਟਰੀ ਗਲੈਂਡ 'ਤੇ ਕਿ ਭਾਈ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਨੂੰ ਘੱਟ ਕਰ ਦੇ, ਉਹਦਾ ਲੈਵਲ ਘੱਟ ਕਰਾ ਦਿੰਦਾ। ਹੋਰ ਇਹਦੇ ਤੋਂ ਇਲਾਵਾ ਇਹਦਾ ਦੂਸਰਾ ਫੰਕਸ਼ਨ ਕੀ ਹੁੰਦਾ? ਇਹਦਾ ਦੂਸਰਾ ਫੰਕਸ਼ਨ ਹੁੰਦਾ ਜਿਹੜਾ ਯੂਟੇਰਸ ਹੁੰਦਾ ਨਾ, ਉਹਦੀ ਵਾਲ ਨੂੰ ਥਿੱਕਣ ਕਰਦਾ। ਇਹਨੂੰ ਕੀ ਕਰਦਾ ਵਾ? ਆ ਜਿਹੜੀ ਵਾਲ ਆ ਜਿੱਥੇ ਇੰਪਲਾਂਟ ਹੋਣਾ ਬੱਚਾ, ਉਹਨੂੰ ਥਿੱਕ ਕਰ ਦਿੰਦਾ ਵਾ, ਠੀਕ ਆ। ਇਹਦੇ ਦੋ ਫੰਕਸ਼ਨ ਆ। ਹੁਣ ਇੱਥੇ ਦੇ ਕਿਹੜੀ ਚੀਜ਼ ਕਿੱਥੋਂ ਰਿਲੀਜ਼ ਹੁੰਦੀ ਆ? ਉਹ ਪੁੱਛ ਸਕਦਾ ਕਿ ਓਵਰੀ 'ਚ ਕਿਹੜਾ ਹਾਰਮੋਨ ਰਿਲੀਜ਼ ਹੁੰਦਾ, ਤੂੰ ਕਮੀ ਕਿ ਭਾਈ ਇੱਥੋਂ ਰਿਲੀਜ਼ ਹੁੰਦਾ ਵਾ ਐਸਟ੍ਰੋਜਨ। ਉਹ ਪੁੱਛਿਆ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਕੌਣ ਰਿਲੀਜ਼ ਕਰਦਾ, ਫਿਰ ਤੂੰ ਕੀ ਕਹੂੰਗਾ? ਤੂੰ ਕਹੂੰਗਾ ਕਿ ਆਹ ਰਿਲੀਜ਼ ਕਰਦਾ ਪਿਚੇਟਰੀ ਗਲੈਂਡ, ਠੀਕ ਆ। ਹੁਣ ਆਹ ਚੈਪਟਰ ਦੇ ਅੰਦਰ ਹੋਣਾ ਕਿ ਕਿਹੜੇ ਲੋਕ ਤਾਂ ਮੈਨੂੰ ਥੋੜ੍ਹਾ ਯਾਦ ਨਹੀਂ ਆ ਰਿਹਾ, ਇਸ ਕਰਕੇ ਮੈਂ ਦੱਸ ਨਹੀਂ ਰਿਹਾ। ਅੱਛਾ, ਫਿਰ ਆਸਤਾ ਆਸਤਾ ਨਾ ਆ ਜਿਹੜਾ ਫੋਲੀਕਲ ਫੇਜ਼ ਦੇ ਅੰਦਰ ਹੁਣ ਐਸਟ੍ਰੋਜਨ ਅਤੇ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਦਾ ਲੈਵਲ ਘੱਟ ਕਰੂਗਾ ਨਾ, ਅਤੇ ਫਿਰ ਕੀ ਹੋਊਗਾ? ਫੋਲੀਕਲ ਸਟਿਮੂਲੇਟਿੰਗ ਹਾਰਮੋਨ ਦਾ ਲੈਵਲ ਘੱਟ ਹੁੰਦਾ ਜਾਊਗਾ ਅਤੇ ਐਸਟ੍ਰੋਜਨ ਦਾ ਵੱਧਦਾ ਜਾਊਗਾ, ਠੀਕ ਆ। ਐਸਟ੍ਰੋਜਨ ਦਾ ਵੱਧਦਾ ਜਾਊਗਾ, ਉਹਦੇ ਨਾਲ ਕੀ ਹੋਊਗਾ? ਇੱਕ ਹਾਰਮੋਨ ਰਿਲੀਜ਼ ਹੋ ਜਾਊਗਾ ਜਿਹਦਾ ਨਾਮ ਹੈ ਲਿਊਟਨਾਈਜ਼ਿੰਗ ਹਾਰਮੋਨ। ਹੋਰ ਆਹ ਹਾਰਮੋਨ ਕਿੱਥੋਂ ਰਿਲੀਜ਼ ਹੋਊਗਾ? ਆਹ ਰਿਲੀਜ਼ ਹੋਊਗਾ ਪਿਚੇਟਰੀ ਗਲੈਂਡ ਤੋਂ। ਆ ਕਿੱਦਾਂ ਰਿਲੀਜ਼ ਹੁੰਦਾ? ਜਦੋਂ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਦਾ ਲੈਵਲ ਲੋ ਹੋ ਜਾਏ ਹੋਰ ਐਸਟ੍ਰੋਜਨ ਦਾ ਵੱਧ ਜਾਵੇ, ਅਤੇ ਫਿਰ ਇੱਕ ਹੋਰ ਹਾਰਮੋਨ ਰਿਲੀਜ਼ ਹੁੰਦਾ ਲਿਊਟਨਾਈਜ਼ਿੰਗ ਹਾਰਮੋਨ। ਆ ਲਿਊਟਨਾਈਜ਼ਿੰਗ ਹਾਰਮੋਨ ਕੌਣ ਰਿਲੀਜ਼ ਕਰਦਾ? ਪਿਚੇਟਰੀ। ਆਹੀ MCQ ਤੋਂ ਪੁੱਛਦੇ ਆ, ਆ ਕਾਪੀ 'ਤੇ ਲਿਖਦਾ ਰਹੇ। ਫਿਰ ਉਹਦੇ ਤੋਂ ਬਾਅਦ ਅਗਲਾ ਫੇਸ ਹੁੰਦਾ ਓਵੂਲੇਸ਼ਨ ਫੇਸ, ਠੀਕ ਆ। ਹੁਣ ਉਹ ਜਿਹੜਾ ਮੈਂ ਕੀ ਕਿਹਾ, ਜਿਹੜਾ ਫੋਲੀਕਲ ਫੇਸ ਦੇ ਅੰਦਰ ਗ੍ਰਾਫੀਅਨ ਫੋਲੀਕਲ ਬਣ ਗਿਆ, ਮਤਲਬ ਇੱਕ ਉਹ ਜਿਹੜਾ ਇਮੈਚੋਰ ਫੋਲੀਕਲ ਸੀ ਉਹ ਡੀਜਨਰੇਟ ਹੋ ਗਏ, ਜਿਹੜਾ ਮੈਚੋਰ ਫੋਲੀਕਲ ਸੀਗਾ ਜਿਹੜਾ ਇੱਕ ਜਿਹਨੇ ਐਗ ਪ੍ਰੋਡਿਊਸ ਕਰਨਾ ਉਹ ਬਚ ਗਿਆ। ਹੁਣ ਆਪਣੇ ਕੋਲ ਉਹ ਤਿਆਰ ਆ। ਐਸਟ੍ਰੋਜਨ ਨੇ ਥੋੜ੍ਹਾ ਯੂਟਰਾਈਨ ਦੀ ਵਾਲ ਕੀ ਕਰ ਦਿੱਤੀ? ਥਿੱਕ ਵੀ ਕਰ ਦਿੱਤੀ ਆ, ਹੋਰ ਲਿਊਟਨਾਈਜ਼ਿੰਗ ਹਾਰਮੋਨ ਵੀ ਰਿਲੀਜ਼ ਕਰ ਦਿੱਤਾ। ਫਿਰ ਉਹਦੇ ਤੋਂ ਬਾਅਦ ਆ ਓਵੂਲੇਸ਼ਨ ਫੇਸ। ਹੁਣ ਲਿਖਾ ਡੇਟ 13 to 14, ਆ ਬਹੁਤ ਛੋਟਾ ਫੇਸ ਆ, 13 to 14, ਠੀਕ ਆ। ਡਿਊਰਿੰਗ ਦਿਸ ਪੀਰੀਅਡ ਦ ਗ੍ਰਾਫੀਅਨ ਫੋਲੀਕਲ ਦ ਰਪਚਰ ਐਂਡ ਮੈਚੋਰ ਓਵਮ ਇਜ਼ ਰਿਲੀਜ਼ਡ, ਦ ਮੈਚੋਰ ਐਟ ਦ ਸਟੇਜਸ ਇਨ ਵਿਚ ਇੰਕਰੀਜ਼। ਅੱਛਾ, ਹੁਣ ਓਵੂਲੇਸ਼ਨ ਕਿਹੜੇ ਹਾਰਮੋਨ ਦੀ ਵਜ੍ਹਾ ਤੋਂ ਹੁੰਦੀ ਆ?
ਓਵੂਲੇਸ਼ਨ ਹੁੰਦੀ ਆ ਲਿਊਟਨਾਈਜ਼ਿੰਗ ਹਾਰਮੋਨ, ਆ ਬਹੁਤ ਇੰਪੋਰਟੈਂਟ ਆ। ਓਵੂਲੇਸ਼ਨ ਕਿਹਦੀ ਵਜ੍ਹਾ ਤੋਂ ਹੁੰਦੀ ਆ? ਲਿਊਟਨਾਈਜ਼ਿੰਗ ਹਾਰਮੋਨ ਦੀ ਵਜ੍ਹਾ ਤੋਂ ਹੁੰਦੀ ਆ। ਐਵੋਲੂਸ਼ਨ ਕਿਹਦੀ ਵਜ੍ਹਾ ਤੋਂ? ਲਿਊਟਨਾਈਜ਼ਿੰਗ ਹਾਰਮੋਨ। ਹੋਰ ਐਵੋਲੂਸ਼ਨ ਮੈਂ ਕਿਹੜੇ ਉਹਦੇ 'ਚ ਹੁੰਦੀ ਆ? ਫੋਲੀਕਲ 'ਚ, ਗ੍ਰਾਫਿਨ ਫੋਲੀਕਲ। ਪਤਾ ਨਾ, ਮੈਚੋਰ ਫੋਲੀਕਲ ਇੱਕ ਹੀ ਆ, ਉਹ ਕਿਹੜਾ? ਗ੍ਰਾਫਿਨ ਫੋਲੀਕਲ। ਉਹ ਰਪਚਰਡ ਹੁੰਦਾ, ਉਹ ਟੁੱਟਦਾ ਵਾ, ਜਿੱਦਾਂ ਇੱਕ ਬਦਾਮ ਦਾ ਹੁੰਦਾ, ਉਹ ਟੁੱਟਦਾ ਵਾ, ਵਿੱਚੋਂ ਬਦਾਮ ਨਿਕਲਦਾ ਨਾ, ਤੇ ਠੀਕ ਆ। ਉਹ ਅੱਛਾ ਬਦਾਮ ਤੋੜਦੇ ਆ, ਉਹ ਕੌਣ ਤੋੜਦਾ ਸਮਝੋ? ਇੱਕ ਗ੍ਰਾਫਿਨ ਫੋਲ ਬਦਾਮ, ਲਿਊਟਨਾਈਜ਼ਿੰਗ ਹਾਰਮੋਨ। ਹੁਣ ਇੱਥੇ ਦੇਖ, ਆ ਦੇਖ, ਆ ਦੇਖ ਰਹਾ ਇੱਥੇ ਆ। ਅੱਛਾ ਆਹ ਦੇਖ, ਹਾਂ ਡੇ 14 ਆ ਯਾਦ ਰੱਖਣਾ। ਡੇ 14 ਦੇ ਅੰਦਰ ਕੀ ਹੁੰਦਾ? ਡੇ 14 ਦੇ ਅੰਦਰ ਹੀ ਆਪਣੇ ਕੋਲ ਉਹ ਹੁੰਦਾ ਵਾ, ਰਪਚਰਡ ਹੁੰਦਾ ਫੋਲੀਕਲ। ਡੇ 14 ਦੇ ਅੰਦਰ ਹੀ ਆਪਣੇ ਕੋਲ ਰਪਚਰਡ ਫੋਲ, ਇਹਨੂੰ ਕੀ ਕਹਿੰਦੇ? ਓਵੂਲੂਸ਼ਨ। ਆ ਕਿਹੜਾ ਹਾਰਮੋਨ ਰਿਲੀਜ਼ ਕਰਦਾ ਵਾ? ਮਤਲਬ ਕੰਮ ਕਰਾਉਂਦਾ ਲਿਊਟਨਾਈਜ਼ਿੰਗ ਹਾਰਮੋਨ। ਹੋਰ ਲਿਊਟਨਾਈਜ਼ਿੰਗ ਹਾਰਮੋਨ ਕਿੱਦਾਂ ਰਿਲੀਜ਼ ਹੋਇਆ ਸੀ? ਜਦੋਂ ਐਸਟ੍ਰੋਜਨ ਦਾ ਲੈਵਲ ਵੱਧ ਗਿਆ, ਇੱਥੇ ਲਿਖਿਆ ਲੋ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਐਂਡ ਹਾਈ ਐਸਟ੍ਰੋਜਨ ਲੈਵਲ, ਅਤੇ ਉਹਦੇ ਨਾਲ ਕੀ ਹੋ ਗਿਆ? ਹੋਰ ਸਭ ਤੋਂ ਉਹਦੇ ਨਾਲ ਕੀ ਹੋਇਆ? ਆਪਣੇ ਕੋਲ ਓਵੂਲੇਸ਼ਨ ਹੋਈ। ਓਵੂਲੇਸ਼ਨ ਦਾ ਮਤਲਬ ਕਿ ਐਗ ਰਿਲੀਜ਼ਡ ਹੋਇਆ। ਕਿੱਥੋਂ ਰਿਲੀਜ਼ਡ ਹੋਇਆ? ਫੋਲੀਕਲਸ ਦੇ ਅੰਦਰੋਂ ਦੀ, ਠੀਕ ਆ। ਹੋਰ ਇੱਥੇ ਲਿਖਿਆ ਇਨੀਸ਼ੀਏਟਡ ਬਾਈ ਇੰਕਰੀਜ਼ ਐਲ ਐਚ ਲੈਵਲ। ਹੋਰ 14 ਡੇ, ਆ ਵੀ ਯਾਦ ਰੱਖੀ। ਫਿਰ ਇਹ ਤੋਂ ਬਾਅਦ ਆ ਕਾਰਪਸ ਲਿਊਟਮ ਫੇਸ। ਹੁਣ ਇੱਥੇ ਦੇ ਗੱਲ ਆ, ਹੁਣ ਆ ਡਾਇਗਰਾਮ ਸਮਝ। ਆਹ ਸੀਗਾ ਆਪਣੇ ਕੋਲ ਭਾਈ ਫੋਲੀਕਲ ਮੈਚੋਰ, ਇਹਦੇ 'ਚੋਂ ਨਿਕਲ ਗਿਆ ਐਗ। ਹੋਰ ਆ ਖੁਦ ਟੁੱਟਾ ਫੁੱਟਾ ਕੀ ਬਚ ਗਿਆ? ਫੋਲੀਕਲ। ਆ ਜਿਹੜਾ ਟੁੱਟਾ ਫੁੱਟਾ ਫੋਲੀਕਲ ਹੈ ਨਾ, ਇਹਨੂੰ ਲਿਊਟਨਾਈਜ਼ਿੰਗ ਹਾਰਮੋਨ ਚੇਂਜ ਕਰ ਦਿੰਦਾ ਕਾਰਪਸ ਲਿਊਟਮ ਦੇ ਅੰਦਰ। ਆ ਜਵੈਲਸ ਬਾਡੀ ਹੁੰਦੀ ਆ, ਆ ਕੀ ਹੁੰਦੀ? ਜੈਲਸ ਬਾਡੀ ਹੁੰਦੀ ਹੈ ਕਾਰਪਸ ਲਿਊਟਮ, ਠੀਕ ਆ। ਕਿ ਆ ਦੇਖ ਇੱਥੇ ਦੇਖ, ਆ ਫੋਲੀਕਲ ਸੀ ਨਾ, ਆ ਫੋਲੀਕਲ, ਠੀਕ ਆ। ਆ ਮੈਚੋਰਡ ਹੋ ਗਿਆ, ਠੀਕ ਆ। ਫਿਰ ਲਿਊਟਨਾਈਜ਼ਿੰਗ ਹਾਰਮੋਨ ਦੀ ਵਜ੍ਹਾ ਤੋਂ ਕੀ ਆ? ਦੇਖ ਇੱਥੇ ਇੰਕਰੀਜ਼ ਲੈਵਲ ਆਫ ਲਿਊਟਨਾਈਜ਼ਿੰਗ ਹਾਰਮੋਨ ਦੀ ਵਜ੍ਹਾ ਤੋਂ ਆ ਫੋਲੀਕਲ ਰਪਚਰਡ ਹੋਇਆ, ਉਹਦੇ ਵਿੱਚੋਂ ਕੀ ਨਿਕਲਿਆ? ਐਗ ਰਿਲੀਜ਼ ਹੋਇਆ, ਠੀਕ ਆ। ਹੁਣ ਆ ਰਪਚਰਡ ਫੋਲੀਕਲ ਹੈ ਨਾ, ਆ ਕਨਵਰਟ ਹੋ ਜਾਂਦਾ ਕਿਹਦੇ ਅੰਦਰ? ਆ ਹੋ ਜਾਂਦਾ ਕਾਰਪਸ ਲਿਊਟਮ ਦੇ ਅੰਦਰ। ਆ ਕਾਰਪਸ ਲਿਊਟਮ ਜਿਹੜਾ ਹੁੰਦਾ ਯੈਲੋਇਸ਼ ਕਲਰ ਹੁੰਦਾ। ਫਿਰ ਅੱਛਾ ਕਾਰਪਸ ਲਿਊਟਮ ਕੀ ਕਰਦਾ? ਹੁਣ ਆ ਰਪਚਰਡ ਫੋਲੀਕਲ ਜਦੋਂ ਕਾਰਪਸ ਲਿਊਟਮ ਦੇ ਅੰਦਰ ਹੋ ਗਿਆ ਨਾ, ਆ ਬਣਦਾ, ਆ ਰਿਲੀਜ਼ ਕਰਾਉਂਦਾ ਪ੍ਰੋਜੈਸਟਰੋਨ। ਆ ਵੀ MCQs ਪੁੱਛ ਸਕਦੇ ਕਿ ਭਾਈ ਪ੍ਰੋਜੈਸਟਰੋਨ ਕਿੱਥੋਂ ਰਿਲੀਜ਼ ਹੁੰਦਾ? ਪ੍ਰੋਜੈਸਟਰੋਨ ਰਿਲੀਜ਼ ਹੁੰਦਾ ਵਾ ਕਾਰਪਸ ਲਿਊਟਮ। ਹੋਰ ਕਾਰਪਸ ਲਿਊਟਮ ਕਿੱਥੋਂ ਬਣਦਾ? ਰਪਚਰਡ ਫੋਲੀਕਲ ਜਿਹੜਾ ਹੁੰਦਾ ਉਹ ਜੈਲਸ ਬਾਡੀ ਦੇ ਅੰਦਰ ਕਨਵਰਟ ਹੁੰਦਾ, ਹੋਰ ਉਹ ਬਣ ਜਾਂਦਾ ਕਾਰਪਸ ਲਿਊਟਮ। ਫਿਰ ਕਾਰਪਸ ਲਿਊਟਮ ਕੀ ਕਰਦਾ? ਪ੍ਰੈਗਨੈਂਸੀ ਨੂੰ ਮੇਨਟੇਨ ਕਰਦਾ। ਹੁਣ ਆ ਦੇਖ, ਆ ਇਹਦੇ ਅੰਦਰ ਪ੍ਰੋਜੈਸਟਰੋਨ ਜਿਹੜਾ ਹੁੰਦਾ ਨਾ, ਪੀ ਪ੍ਰੋਜੈਸਟਰੋਨ, ਪੀ ਪ੍ਰੈਗਨੈਂਸੀ ਮੇਨਟੇਨ ਕਰਦਾ। ਪ੍ਰੈਗਨੈਂਸੀ ਮੇਨਟੇਨ ਕਿੱਦਾਂ? ਹੁਣ ਆਹ ਜਿਹੜੀ ਡਾਇਗਰਾਮ ਹੈ ਨਾ, ਆਹ ਵਾ, ਮੈਂ ਕਿੱਦਾਂ ਦੱਸਾਂ ਤੁਹਾਨੂੰ। ਅਤੇ ਆ ਯੂਟਰਸ ਆ, ਓਵੀਡਕਟ ਆ ਜਿਹੜੀ ਨਾ, ਮੈਂ ਨਹੀਂ ਬਣਾ ਦਿੱਤੀ ਆ, ਖੈਰ। ਆ ਜਿਹੜੀ ਯੂਟਰਸ ਹੈ ਨਾ, ਇਹਦੀ ਐਂਡੋਮੇਟਰੀਅਮ, ਠੀਕ ਆ। ਆਹ ਉਹ ਵਾਲ ਆ ਦੱਸਿਆ ਕਿ ਕਿੱਦਾਂ ਆ ਥਿਕਨ ਸਟੇਜਸ ਦੇ ਲਿਹਾਜ਼ ਨਾਲ ਥਿਕਨ ਹੋ ਰਹੀ ਆ। ਦੇਖ ਹੁਣ ਜਦੋਂ ਆਹ ਵਾਲਾ ਫੇਸ ਆਉਂਦਾ ਨਾ, ਜਦੋਂ ਪ੍ਰੋਜੈਸਟਰੋਨ ਰਿਲੀਜ਼ ਹੁੰਦਾ, ਸਾਰਿਆਂ ਤੋਂ ਜ਼ਿਆਦਾ ਆ ਥਿਕ ਹੋ ਜਾਂਦੀ ਆ। ਮਤਲਬ ਪ੍ਰੋਜੈਸਟਰੋਨ ਦਾ ਕੰਮ ਹੀ ਆ ਪ੍ਰੈਗਨੈਂਸੀ ਨੂੰ ਮੇਨਟੇਨ ਕਰਨਾ। ਇੱਥੇ ਵੀ ਲਿਖਿਆ ਹੋਣਾ ਵਾ, ਪ੍ਰੋਜੈਸਟਰੋਨ ਮੇਨਟੇਨ ਐਂਡ ਹੈਜ਼ ਦ ਗਰੋਥ ਆਫ ਦੀ ਮਿਊਕਸ ਲਾਈਨਿੰਗ ਐਂਡੋਮੇਟਰੀਅਮ ਇਫ ਦ ਮੈਚੋਰ ਓਮ ਨਾइन ਐਂਡ ਆਊਟਡਕਟ ਇਜ਼ ਨੋਟ ਫਰਟੀਲਾਈਜ਼ ਦ ਕਾਰਪੋਲੇਟਿੰਗ। ਅੱਛਾ ਹੁਣ ਇੱਥੇ ਵੀ ਦੇਖ, ਉਹਨੇ ਕੀ ਦੱਸ ਦਿੱਤਾ ਕਿ ਹੁਣ ਇੱਥੇ ਅਗਰ ਦੱਸ ਦਿੱਤਾ, ਆ ਤਾਂ ਉਦੋਂ ਗੱਲ ਆ ਕਿ ਪ੍ਰੋਜੈਸਟਰੋਨ ਕੀ ਕਰਦਾ? ਐਂਡੋਮੈਟਰੀਅਮ ਦੀ ਥਿਕਨਿੰਗ ਕਰਾਉਂਦਾ ਵਾ। ਅਗਰ ਸ਼ਰਤ ਆ ਕਿ ਜਿਹੜਾ ਐਗ ਰਿਲੀਜ਼ਡ ਹੋਇਆ ਰਪਚਰਡ ਫੋਲੀਕਲ ਤੋਂ, ਕੀ ਹੋਇਆ ਵਾ? ਰਪਚਰਡ ਫੋਲੀਕਲ ਤੋਂ ਕੀ ਐਗ ਰਿਲੀਜ਼ਡ ਹੋਇਆ? ਉਹ ਫਰਟੀਲਾਈਜ਼ਡ ਹੋ ਗਿਆ। ਅਗਰ ਉਹ ਫਰਟੀਲਾਈਜ਼ ਨਹੀਂ ਹੁੰਦਾ, ਮਤਲਬ ਉਹ ਫਰਟੀਲਾਈਜ਼ ਨਹੀਂ ਹੋਇਆ, ਮਤਲਬ ਉਹਦੇ ਨਾਲ ਸਪਰਮ ਆ ਕੇ ਨਹੀਂ ਮਿਲਿਆ, ਅਤੇ ਪ੍ਰੈਗਨੈਂਸੀ ਨਹੀਂ ਹੋਣੀ, ਅਤੇ ਫਿਰ ਕੀ ਹੋਊਗਾ? ਫਿਰ ਜਿਹੜਾ ਕਾਰਪਸ ਲਿਊਟਮ ਆ ਉਹ ਡੀਜਨਰੇਟ ਹੋ ਜਾਊਗਾ, ਠੀਕ ਆ। ਪ੍ਰੋਜੈਸਟਰੋਨ ਦੀ ਸਿਕਰੇਸ਼ਨ ਖਤਮ ਹੋ ਜਾਊਗੀ, ਪ੍ਰੋਜੈਸਟਰੋਨ ਦੀ ਸਿਕਰੇਸ਼ਨ ਖਤਮ ਹੋ ਜਾਊਗੀ, ਅਤੇ ਫਿਰ ਉਹੀ ਸਭ ਕੁਛ ਆ ਜਿਹੜਾ ਐਂਡੋਮੀਟਰੀਅਮ ਵਾਲ ਵਗੈਰਾ ਸਭ ਡੀਜਨਰੇਟ ਹੋ ਕੇ ਵਜਾਈਨਾ ਥਰੂ ਬਾਹਰ ਨਿਕਲ ਆ ਜਾਊਗਾ, ਠੀਕ ਆ, ਵਿਦ ਬਲੱਡ। ਆਹ ਤੋਂ ਰੀਡ ਵੀ ਕਰੂੰਗਾ ਨਾ, ਤੁਹਾਨੂੰ ਸਮਝ ਆ ਜਾਣਾ ਵਾ। ਹੁਣ ਮੈਂ ਤੁਹਾਨੂੰ ਦੱਸਦਾ ਦੁਬਾਰਾ ਕਿੱਦਾਂ ਆਪਣਾ ਸਟਾਰਟ ਹੋਈ ਸੀਗੀ। ਸਾਰਿਆਂ ਤੋਂ ਪਹਿਲਾਂ ਸੀ ਮੈਸਟ੍ਰੇਸ਼ਨ ਫੇਸ। ਅੱਛਾ ਕਾਰਪਸ ਲਿਊਟਮ ਦੇ ਅੰਦਰ ਕੀ ਹੋਇਆ? ਉਹ ਐਂਡੋਮੇਟਰੀਅਮ ਵਾਲ ਵਗੈਰਾ ਥਿਕ ਹੋ ਗਈ ਆ, ਸਮਝ ਉਹ ਮਤਲਬ
ਪ੍ਰੈਗਨੈਂਸੀ ਵਾਸਤੇ ਬਿਲਕੁਲ ਤਿਆਰ ਆ, ਲੇਕਿਨ ਉਹ ਨਹੀਂ ਹੁੰਦੀ ਪ੍ਰੈਗਨੈਂਸੀ, ਅਤੇ ਪ੍ਰੈਗਨੈਂਸੀ ਨਹੀਂ ਹੁੰਦੀ ਤਾਂ ਫਿਰ ਕੀ ਹੋਊਗਾ, ਉਹ ਐਂਡੋਮੀਟਰੀਅਮ ਵਗੈਰਾ ਜਿਹੜਾ ਵੀ ਕੁਛ ਕੰਟੈਂਟ ਉਹ ਸਾਰਾ ਬਾਹਰ ਨਿਕਲ ਆਊਗਾ। ਉਹ ਇਹਦੇ ਤੋਂ ਅਗਲੇ ਫੇਜ਼ ਦੇ ਅੰਦਰ ਨਿਕਲੂਗਾ। ਇਹਦੇ ਤੋਂ ਅਗਲਾ ਫੇਜ਼ ਕਿਹੜਾ ਵਾ, ਮੈਸਟ੍ਰੇਸ਼ਨ ਫੇਜ਼। ਮੈਂ ਤੁਹਾਨੂੰ ਕੀ ਕਿਹਾ, ਆ ਸਾਈਕਲ ਹੈ ਨਾ, ਸਾਈਕਲ ਦੇ ਅੰਦਰ ਚੀਜ਼ਾਂ ਬਾਰ-ਬਾਰ ਰਿਪੀਟ ਹੁੰਦੀਆਂ। ਪਹਿਲੇ ਮੈਸਟ੍ਰੇਸ਼ਨ ਹੋ ਗਈ, ਫਿਰ ਕੀ ਹੋਗਾ, ਫਾਲੀਕਲ ਫੇਸ ਆਊਗਾ, ਫਾਲੀਕਲ ਫੇਸ ਤੋਂ ਬਾਅਦ ਓਵੂਲੇਸ਼ਨ ਆਏਗੀ, ਓਵੂਲੇਸ਼ਨ ਤੋਂ ਬਾਅਦ ਫਿਰ ਆਊਗਾ ਕਾਰਪਸ ਲਿਊਟਮ ਫੇਸ, ਫਿਰ ਕਾਰਪਸ ਲਿਊਟਮ ਦੇ ਅੰਦਰ ਅਗਰ ਪ੍ਰੈਗਨੈਂਸੀ ਨਹੀਂ ਹੁੰਦੀ ਕਿ ਮੈਸਟ੍ਰੇਸ਼ਨ ਫੇਸ। ਆ ਇੱਦਾਂ ਕਰਕੇ ਪੂਰਾ ਹੋ ਜਾਂਦਾ ਵਾ, ਠੀਕ ਆ। ਅਤੇ ਇੰਨਾ ਤੈਨੂੰ ਸਮਝ ਆਇਆ? ਅੱਗੇ ਦੇਖ। ਅੱਛਾ ਆਹ ਦੇਖ, ਬਹੁਤ ਇੰਪੋਰਟੈਂਟ ਸਵਾਲ MCQ। ਐਂਟੀਰੀਅਰ ਲੋਬ ਆਫ ਪਿਚੁਇਟਰੀ ਗਲੈਂਡ ਹੈ ਨਾ, ਉਹ ਹਾਰਮੋਨ ਰਿਲੀਜ਼ ਕਰਦਾ ਗੋਨੈਡੋਟ੍ਰੋਪਿਨ, ਫਾਲੀਕਲ ਸਟਿਮੂਲੇਟਿੰਗ ਹਾਰਮੋਨ। ਫਾਲੀਕਲ ਸਟਿਮੂਲੇਟਿੰਗ ਹਾਰਮੋਨ ਕੀ ਕਰਦਾ, ਓਵਰੀ ਦੇ ਅੰਦਰ ਕਾਫੀ ਜ਼ਿਆਦਾ ਫਾਲੀਕਲਸ ਹੁੰਦੇ, ਉਹਨਾਂ ਨੂੰ ਮੈਚਿਓਰ ਕਰਦਾ, ਲੇਕਿਨ ਉਹਨਾਂ 'ਚੋਂ ਇੱਕ ਮੈਚਿਓਰ ਹੁੰਦਾ ਵਾ, ਠੀਕ ਆ। ਉਹ ਕੀ ਕਹਿਲਾਉਂਦਾ ਆਪਣੇ ਕੋਲ, ਗ੍ਰਾਫੀਅਨ ਕੀ ਕਰਦਾ, ਗ੍ਰਾਫੀਅਨ ਫਾਲੀਕਲ। ਸਮਝ ਆਈ ਆਹ ਚੀਜ਼ ਦੀ। ਅਤੇ ਉਹ ਬਾਕੀ ਜਿਹੜੇ ਡੀਜਨਰੇਟ ਹੋ ਜਾਂਦੇ, ਉਹ ਜਿਹੜੇ ਡੀਜਨਰੇਟ ਹੁੰਦੇ ਉਹ ਕੀ ਰਿਲੀਜ਼ ਕਰਦੇ, ਐਸਟ੍ਰੋਜਨ। ਉਹ ਕੀ ਰਿਲੀਜ਼ ਕਰਦੇ, ਐਸਟ੍ਰੋਜਨ। ਫਿਰ ਜਦੋਂ ਐਸਟ੍ਰੋਜਨ ਦਾ ਲੈਵਲ ਵੱਧ ਜਾਵੇ, ਫੋਲੀਕਲ ਸਟਿਮੂਲੇਟਿੰਗ ਦਾ ਘੱਟ ਹੋ ਜਾਏ, ਫਿਰ ਪਿਚੁਇਟਰੀ ਗਲੈਂਡ ਤੋਂ ਇੱਕ ਹਾਰਮੋਨ ਰਿਲੀਜ਼ ਹੁੰਦਾ, ਲਿਊਟਨਾਈਜ਼ਿੰਗ ਹਾਰਮੋਨ। ਹੁਣ ਲਿਊਟਨਾਈਜ਼ਿੰਗ ਹਾਰਮੋਨ ਦਾ ਮੈਂ ਤੈਨੂੰ ਫੰਕਸ਼ਨ ਦੱਸਿਆ ਸੀ, ਕੀ ਸੀਗਾ, ਕੀ ਕਰਾਉਂਦਾ, ਆ ਓਵੂਲੇਸ਼ਨ ਕਰਾਉਂਦਾ, ਆ ਫੋਲੀਕਲਸ ਨੂੰ ਰਪਚਰਡ ਕਰਾਉਂਦਾ, ਜਿਹਦੇ 'ਚ ਐਗ ਨਿਕਲਦਾ। ਹੋਰ ਆ ਕਿੰਨਵੇਂ ਦਿਨ ਹੁੰਦਾ, 14ਵੇਂ ਦਿਨ ਹੁੰਦਾ। ਅੱਛਾ ਉਹ ਪੂਰੇ ਮੈਂਸਟਰੁਅਲ ਸਾਈਕਲ ਕਿੰਨੇ ਦਿਨ ਦੀ ਹੁੰਦੀ ਹੈ, 28 ਦਿਨ ਦੀ। 14ਵੇਂ ਦਿਨ ਦੇ ਅੰਦਰ ਕੀ ਹੁੰਦਾ ਵਾ, ਉਹ ਹੁੰਦਾ ਐਗ ਰਿਲੀਜ਼ ਹੁੰਦਾ। ਹੁਣ ਐਸਟ੍ਰੋਜਨ ਦਾ ਫੰਕਸ਼ਨ ਦੱਸਿਆ। ਸੈਕੰਡਰੀ ਸੈਕਸ਼ੁਅਲ ਕਰੈਕਟਰ ਆਲਸੋ ਨਿਸ਼ਚਿਤ ਸੈਕੰਡਰੀ ਕਰੈਕਟਰਸ ਕਿਹੜੇ ਹੁੰਦੇ, ਆਵਾਜ਼ ਦਾ ਪਤਾ ਲਾਣਾ, ਹੋਰ ਵੀ ਜਿੰਨੇ ਜ਼ਿਆਦਾ ਫੀਮੇਲ ਦੇ ਜਿਹੜੇ ਖਾਸ ਹੁੰਦੇ ਨਾ ਸਟਰਕਚਰ ਵਗੈਰਾ, ਉਹ ਡਿਵੈਲਪ ਕਰਾਉਂਦਾ। ਹੋਰ ਉਹਦੇ ਤੋਂ ਇਲਾਵਾ ਇਹਦਾ ਪ੍ਰੈਗਨੈਂਸੀ ਦੇ ਅੰਦਰ ਕੀ ਹੁੰਦਾ, ਉਹ ਕਰਦਾ ਵਾ, ਆ ਕਰਦਾ ਹੁੰਦਾ ਵਾ ਯਾਰ, ਐਂਡੋਮੀਟਰੀਅਮ ਦੀ ਥਿਕਨਿੰਗ ਕਰਦਾ ਯੂਟਰਸ ਵੱਲ, ਜਿੱਥੇ ਆ ਕੇ ਬੱਚਾ ਨੇ ਇੰਪਲਾਂਟ ਹੋਣਾ। ਇੰਪਲਾਂਟ ਮਤਲਬ ਜਿੱਥੇ ਆ ਕੇ ਅਟੈਚਡ ਹੋਣਾ, ਸਹੀ ਆ। ਹੁਣ ਇੱਥੇ ਤੱਕ ਹੋ ਗਿਆ। ਹੁਣ ਆਪਣੇ ਕੋਲ ਫਿਰ ਇਹਦੇ ਤੋਂ ਬਾਅਦ ਲਿਊਟਨਾਈਜ਼ਿੰਗ ਹਾਰਮੋਨ ਆ ਕੇ ਫਾਲੀਕਲ ਨੂੰ ਰਪਚਰਡ ਕਰਾਉਂਦਾ। ਔਰ ਲਿਊਟਨਾਈਜ਼ਿੰਗ ਹਾਰਮੋਨ ਫਾਲੀਕਲ ਜਿਹੜਾ ਹੁੰਦਾ, ਉਹ ਰਪਚਰਡ ਫਾਲੀਕਲ ਉਹ ਬਣ ਜਾਂਦਾ ਕਾਰਪਸ ਲਿਊਟਮ। ਕਾਰਪਸ ਲਿਊਟਮ ਕੀ ਕਰਦਾ, ਕਾਰਪਸ ਲਿਊਟਮ ਹਾਰਮੋਨ ਰਿਲੀਜ਼ ਕਰਦਾ ਪ੍ਰੋਜੈਸਟਰੋਨ, ਜਿਹੜਾ ਕੀ ਕਰਦਾ ਯੂਟਰਸ ਫॉर ਮੇਕਿੰਗ ਦ ਮੈਟਰ ਥਿਕ ਮੋਰ ਸਪੰਜੀ ਐਂਡ ਵੈਸਕੂਲਰ ਡੀਡੀ ਫॉर ਇੰਪਲੈਂਟੇਸ਼ਨ। ਪ੍ਰੋਜੈਸਟਰੋਨ ਦਾ ਇੱਥੇ ਕੰਮ ਦੇਖ ਕੀ ਹੁੰਦਾ, ਕਿ ਉਹ ਕੀ ਕਰਦਾ, ਕਾਰਪਸ ਲਿਊਟਮ ਪ੍ਰੋਜੈਸਟਰੋਨ ਕੀ ਕਰਦਾ, ਯੂਟਰਸ ਨੂੰ ਨਾ ਹੋਰ ਉਹਦੀ ਐਂਡੋਮੈਟਰੀਅਮ ਅੰਦਰ ਨੂੰ ਹੋਰ ਥਿਕ ਕਰਦਾ, ਸਪੌਂਜੀ ਕਰਦਾ, ਹੋਰ ਵੈਸਕੂਲਰ ਕਰਦਾ, ਉਹਦੇ ਅੰਦਰ ਉਹ ਕਰ ਦਿੰਦਾ ਵਾ, ਬਲੱਡ ਵੈਸਲ ਬਣਾਉਂਦਾ, ਹੋਰ ਉਹਨੂੰ ਐਂਬਰੀਓ ਵਾਸਤੇ ਇੰਪਲਾਂਟ ਕਰਨ ਵਾਸਤੇ ਬਿਲਕੁਲ ਤਿਆਰ ਕਰ ਦਿੰਦਾ, ਠੀਕ ਆ। ਆਹ ਹੁੰਦਾ ਬਸ ਇੰਨਾ ਜਿਹਾ ਹੀ ਸੀਗਾ ਆਹ। ਬਾਕੀ ਅਗਲਾ ਫਿਰ ਮੈਂ ਤੈਨੂੰ ਅੱਗੇ ਕਰਾਉਣਾ, ਕਿਉਂਕਿ ਕਾਫੀ ਲੰਬਾ ਹੋ ਗਿਆ।